ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸੁਰਜੀਤ ਸਿੰਘ ਹੈ ਔਰ ਤੁਸੀਂ ਦੇਖ ਰਹੇ ਹੋ ਟਾਰਗੇਟ ਆਫ ਪੰਜਾਬ ਐਗਜ਼ਾਮ ਚੈਨਲ। ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਿਆਰੇ ਬੱਚੋ, ਅਸੀਂ ਹੁਣ ਤੱਕ ਜੋ ਵੀ ਵੀਡੀਓਜ਼ ਅਪਲੋਡ ਕੀਤੀਆਂ ਨੇ, ਚਾਹੇ ਉਹ ਰੀਜ਼ਨਿੰਗ ਦੀਆਂ ਨੇ, ਚਾਹੇ ਉਹ ਮੈਥ ਦੀਆਂ ਨੇ, ਉਸਦੇ ਜੋ ਪ੍ਰੈਕਟਿਸ ਸੈੱਟ ਨੇ ਤੁਹਾਨੂੰ ਗ੍ਰੇਸ ਅਕੈਡਮੀ ਦੀ ਐਪ ਤੇ ਮਿਲਣਗੇ। ਜੋ ਬੱਚੇ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਪਲੀਜ਼ ਇਸ ਐਪ ਨੂੰ ਡਾਊਨਲੋਡ ਕਰਨ ਗੂਗਲ ਪਲੇ ਸਟੋਰ ਤੋਂ ਔਰ iOS ਤੋਂ ਬੇਟਾ, ਔਰ ਤੁਸੀਂ ਉਹਦੇ ਵਿੱਚ ਮਟੀਰੀਅਲ ਲੈ ਸਕਦੇ ਹੋ। ਸ਼ੁੱਧ ਪੰਜਾਬੀ ਦੇ ਵਿੱਚ ਤੁਹਾਨੂੰ ਮਟੀਰੀਅਲ ਮਿਲੇਗਾ ਬੇਟੇ। ਪਰ ਅਸੀਂ ਉਹਦੇ ਵਿੱਚ ਲਾਈਵ ਕਲਾਸਿਸ ਵੀ ਲੈ ਰਹੇ ਹਾਂ। ਲਾਈਵ ਕਲਾਸਿਸ ਦਾ ਮਤਲਬ ਜੋ ਡਾਊਟ ਸੈਸ਼ਨ ਹੁੰਦੇ ਨੇ, ਜੋ ਵੀ ਚੈਪਟਰ ਤੁਹਾਨੂੰ ਇੱਥੇ ਕਰਵਾਇਆ ਜਾਂਦਾ ਹੈ ਉਹਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੇ ਡਾਊਟ ਰਹਿ ਜਾਂਦੇ ਨੇ ਤੁਹਾਡੇ, ਪਹਿਲੇ ਬੱਚੋ ਅਸੀਂ ਅਲਟਰਨੇਟ ਡੇ ਤੇ ਡਾਊਟ ਲੈ ਰਹੇ ਹਾਂ। ਤਾਂ ਚਲੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦਾ ਟੌਪਿਕ ਸ਼ੁਰੂ ਕਰਦਾ ਹਾਂ। ਪਿਆਰੇ ਬੱਚੋ, ਅੱਜ ਅਸੀਂ ਰੀਜ਼ਨਿੰਗ ਪੜ੍ਹਾਂਗੇ ਔਰ ਰੀਜ਼ਨਿੰਗ ਦਾ ਜੋ ਸਾਡਾ ਟੌਪਿਕ ਹੈ ਉਹ ਅੱਜ ਦਾ ਡਿਸਟੈਂਸ ਐਂਡ ਡਾਇਰੈਕਸ਼ਨ ਦਾ ਹੈ। ਮੋਸਟ ਇੰਪੋਰਟੈਂਟ ਟੌਪਿਕ ਹੈ ਪਿਆਰੇ ਬੱਚੋ ਇਹ ਤੁਹਾਡਾ। ਇੱਕ ਨੰਬਰ ਪੱਕਾ ਹੀ ਪੱਕਾ ਹੈ ਇਹਦੇ ਵਿੱਚ। ਇੱਕ ਨੰਬਰ ਦਾ ਇਹ ਚੈਪਟਰ ਆਉਣਾ ਹੀ ਆਉਣਾ ਹੈ ਰੀਜ਼ਨਿੰਗ ਨੂੰ ਲੈ ਕੇ ਬੇਟਾ। ਆਪਾਂ ਇਸ ਤੇ ਗੱਲ ਕਰਦੇ ਹਾਂ ਜੋ ਅੱਜ ਦਾ ਆਪਣਾ ਚੈਪਟਰ ਡਿਸਟੈਂਸ ਐਂਡ ਡਾਇਰੈਕਸ਼ਨ ਬੇਟੇ। ਆਓ ਮੈਂ ਕੁਝ ਪਹਿਲਾਂ ਬੇਸਿਕ ਸ਼ੁਰੂ ਕਰਾਂਗਾ, ਬੇਸਿਕ ਤੋਂ ਬਾਅਦ ਅਸੀਂ ਕੁਝ ਕੁਐਸਚਨ ਵੀ ਦੇਖਾਂਗੇ ਔਰ ਇਸੇ ਤਰ੍ਹਾਂ ਸਟੈਪ ਬਾय ਸਟੈਪ ਅਸੀਂ ਅੱਗੇ ਮੂਵ ਹੁੰਦੇ ਜਾਵਾਂਗੇ ਪਿਆਰੇ ਬੱਚੋ। ਆਓ ਜੀ, ਅੱਜ ਦਾ ਜੋ डिस्टेंस एंड डायरेक्शन ਦਾ ਚੈਪਟਰ ਹੈ ਡੀਅਰ ਆਪਣਾ, ਅਗਰ ਉਸ ਨੂੰ ਆਪਾਂ ਦੇਖੀਏ ਤਾਂ ਉਸਦੇ ਕੁਝ ਬੇਸਿਕ ਕਿਸ ਤਰ੍ਹਾਂ ਦੇ ਹੋ ਸਕਦੇ ਨੇ। ਦੇਖਿਆ ਜਾਏ ਤਾਂ ਕੁਝ ਬੇਸਿਕ ਜੋ ਨੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਨੇ, ਉਹਨਾਂ ਨੂੰ ਥੋੜਾ ਆਪਾਂ ਨਜ਼ਰ ਮਾਰਦੇ ਹਾਂ ਬੇਟੇ। ਪਹਿਲੀ ਗੱਲ, ਇਸ ਜੋ ਚੈਪਟਰ ਦੀ ਅਗਰ ਮੈਂ ਗੱਲ ਕਰਾਂ, ਇਹ ਚੈਪਟਰ ਤੁਹਾਨੂੰ ਰੈਂਕਿੰਗ ਔਰ ਨਾਲ ਹੀ ਮੈਂ ਕਹਿ ਸਕਦਾ ਹਾਂ ਸਿਟਿੰਗ ਅਰੇਂਜਮੈਂਟ, ਜੋ ਮੈਂ ਹੁਣ ਤੱਕ ਦੋ ਚੈਪਟਰ ਕਰਵਾ ਚੁੱਕਿਆ ਹਾਂ ਉਹਦੇ ਨਾਲ ਹੀ ਮਿਲਦਾ ਜੁਲਦਾ ਹੈ। ਉਹਦੇ ਵਿੱਚ ਵੀ ਮਦਦ ਕਰੇਗਾ ਤੁਹਾਡੀ ਬੱਚੋ। ਔਰ ਪਿਆਰੇ ਬੱਚੋ, ਰੈਂਕਿੰਗ ਔਰ ਸਿਟਿੰਗ ਅਰੇਂਜਮੈਂਟ ਵਿੱਚ ਜੋ ਤੁਸੀਂ ਕੀਤਾ ਸੀ ਉਹਦੇ ਬਿਹਾਫ ਤੇ ਵੀ ਤੁਸੀਂ ਇਹਦੇ ਨਾਲ ਪੂਰੀ ਮਦਦ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਸਿੱਖ ਸਕਦੇ ਹੋ ਬੱਚੇ। ਸਿਟਿੰਗ ਅਰੇਂਜਮੈਂਟ ਔਰ ਰੈਂਕਿੰਗ ਦੇ ਚੈਪਟਰ ਵਿੱਚ ਵੀ ਤੁਹਾਨੂੰ ਇਹ ਬੈਨੀਫਿਟ ਦੇਵੇਗਾ ਬੱਚੇ। ਆਓ ਬੱਚੋ, ਸਭ ਤੋਂ ਪਹਿਲਾਂ ਬੇਸਿਕ ਦੇਖਦੇ ਹਾਂ ਆਪਾਂ ਡਾਇਰੈਕਸ਼ਨ ਨੂੰ ਲੈ ਕੇ। ਡਾਇਰੈਕਸ਼ਨ ਦੇ ਆਖਰ ਕਿਸ ਤਰ੍ਹਾਂ ਦੇ ਬੇਸਿਕ ਹੋ ਸਕਦੇ ਨੇ ਉਸ ਚੀਜ਼ ਨੂੰ ਆਪਾਂ ਦੇਖਦੇ ਹਾਂ ਪਿਆਰੇ ਬੱਚੋ। ਹੁਣ ਤੱਕ ਅਸੀਂ ਇਹ ਦੇਖਿਆ ਕਿ ਡਾਇਰੈਕਸ਼ਨ ਜੋ ਹੈ ਨਾ ਉਹ ਚਾਰ ਦਿਸ਼ਾਵਾਂ ਹੁੰਦੀਆਂ ਨੇ, ਔਰ ਜਿਹੜੀਆਂ ਇਹ ਚਾਰ ਦਿਸ਼ਾਵਾਂ ਹੁੰਦੀਆਂ ਨੇ ਜਿਸ ਨੂੰ ਤੁਸੀਂ ਉੱਤਰ ਕਹਿ ਸਕਦੇ ਹੋ ਨਾਰਥ, ਨਾਰਥ ਦਾ ਆਪੋਜਿਟ ਡੀਅਰ ਸਾਊਥ ਹੁੰਦਾ ਹੈ ਬੱਚੋ। ਇਸੇ ਤਰ੍ਹਾਂ ਹੀ ਬੱਚੋ ਈਸਟ ਔਰ ਵੈਸਟ ਬੇਟੇ। ਲੇਕਿਨ ਮੈਂ ਇਸ ਨੂੰ ਪੰਜਾਬੀ ਚ ਕਹਾਂ ਤਾਂ ਇਹ ਉੱਤਰ ਹੈ ਬੇਟਾ, ਇਹ ਦੱਖਣ ਹੋ ਗਿਆ ਰਾਜੇ। ਈਸਟ ਚੜ੍ਹਦਾ ਕੰਨੀ ਹੁੰਦਾ ਆਪਣਾ ਜਿਸ ਨੂੰ ਪੂਰਬ ਕਹਿ ਦਿੰਦੇ ਨੇ ਬੇਟਾ, ਹੈ ਨਾ। ਔਰ ਵੈਸਟ ਬੇਟਾ ਜੀ ਪੱਛਮ ਹੁੰਦਾ ਹੈ ਬੇਟਾ। ਹੋਪਸੋ ਤੁਹਾਨੂੰ ਇਹ ਗੱਲ ਸਮਝ ਆਈ ਹੋਏਗੀ। ਜੋ ਮੇਨ ਆਪਣੀ ਡਾਇਰੈਕਸ਼ਨ ਹੁੰਦੀਆਂ ਨੇ ਉਹ ਚਾਰ ਹੁੰਦੀਆਂ ਨੇ, ਦਿਸ਼ਾਵਾਂ ਜਿਸ ਨੂੰ ਕਹਿ ਦਿੰਦੇ ਨੇ ਬੱਚੋ। ਬੱਚੋ, ਦਿਸ਼ਾਵਾਂ ਨੂੰ ਜਦੋਂ ਤੁਸੀਂ ਪੇਪਰ ਤੇ ਡਰਾ ਕਰੋਗੇ ਨਾ, ਜਦੋਂ ਵੀ ਤੁਸੀਂ ਕਿਸੇ ਵੀ ਪੇਪਰ ਤੇ ਡਰਾ ਕਰੋਗੇ ਤਾਂ ਬੱਚੋ ਜੋ ਉੱਪਰ ਵਾਲੀ ਲਾਈਨ ਹੁੰਦੀ ਹੈ ਉਹ ਹਮੇਸ਼ਾ ਨਾਰਥ ਹੁੰਦੀ ਹੈ ਬੇਟਾ ਜੀ। ਜੋ ਉੱਪਰ ਵਾਲੀ ਲਾਈਨ ਹੁੰਦੀ ਹੈ ਨਾਰਥ ਹੁੰਦੀ ਹੈ। ਜੋ ਤੁਹਾਡਾ ਸੱਜਾ ਹੱਥ ਹੁੰਦਾ ਹੈ ਉਹ ਹਮੇਸ਼ਾ ਹੀ ਈਸਟ ਹੁੰਦਾ ਹੈ, ਪੂਰਬ ਹੁੰਦਾ ਹੈ। ਰਿਪੀਟ ਕਰਦਾ, ਜਦੋਂ ਵੀ ਕਦੀ ਤੁਸੀਂ ਦਿਸ਼ਾ ਨੂੰ ਆਪਣੇ ਪੇਪਰ ਤੇ ਡਰਾ ਕਰਨਾ ਹੈ ਤਾਂ ਉੱਪਰ ਵਾਲੀ ਜੋ ਲਾਈਨ ਹੁੰਦੀ ਹੈ ਬੱਚੋ ਉਹ ਨਾਰਥ ਹੁੰਦੀ ਹੈ, ਔਰ ਤੁਹਾਡਾ ਜੋ ਸੱਜਾ ਹੱਥ ਹੁੰਦਾ ਹੈ ਬੱਚੋ ਉਹ ਈਸਟ ਹੁੰਦਾ ਹੈ। ਮੈਂ ਇਸ ਨੂੰ ਪੂਰਬ ਕਹਿ ਸਕਦਾ ਹਾਂ ਬੱਚੋ, ਚੜ੍ਹਦੇ ਕੰਨੀ ਆਪਾਂ ਕਹਿ ਦਿੰਦੇ ਹਾਂ ਬੱਚੋ ਆਹ ਵਾਲੀ ਚੀਜ਼। ਬਸ ਬੇਟੇ ਇੰਨਾ ਹੀ ਕੰਮ ਹੈ ਇਹਦੇ ਵਿੱਚ। ਅਗਰ ਆਪਾਂ ਨੂੰ ਇਹ ਦੋ ਦਿਸ਼ਾਵਾਂ ਬਾਰੇ ਪਤਾ ਹੈ ਤਾਂ ਨਾਰਥ ਦਾ ਆਪੋਜ਼ਿਟ ਆਪਾਂ ਨੂੰ ਪਤਾ ਹੈ ਸਾਊਥ ਹੁੰਦਾ ਹੈ। ਮੈਂ ਐਸ ਲਿਖਿਆ, ਸਾਊਥ ਨੂੰ ਬੇਟੇ ਦੱਖਣ ਕਹਿ ਸਕਦੇ। ਇਸੇ ਤਰ੍ਹਾਂ ਈਸਟ ਦੇ ਵਿਰੁੱਧ ਕੀ ਹੁੰਦਾ ਪਿਆਰੇ ਬੱਚੋ, ਵੈਸਟ, ਜਿਸ ਨੂੰ ਤੁਸੀਂ ਪੱਛਮ ਕਹਿ ਸਕਦੇ। ਬੇਸਿਕਲੀ ਇਹ ਚਾਰ ਚੀਜ਼ਾਂ ਹੁੰਦੀਆਂ ਨੇ ਜੋ ਆਪਾਂ ਨੇ ਚਾਰ ਦਿਸ਼ਾਵਾਂ ਨੂੰ ਦੇਖਿਆ ਹੈ। ਮੈਂ ਉਮੀਦ ਕਰਦਾ ਇਸ ਕੰਸੈਪਟ ਦੇ ਵਿੱਚ ਤੁਸੀਂ ਇੰਨੀ ਚੀਜ਼ 'ਚ ਧਿਆਨ ਰੱਖਣਾ, ਜਦੋਂ ਵੀ ਤੁਸੀਂ ਕਦੀ ਮੈਪ ਨੂੰ ਜਾਂ ਦਿਸ਼ਾ ਨੂੰ ਪੇਪਰ ਤੇ ਡਰਾ ਕਰਦੇ ਹੋ ਤਾਂ ਉੱਪਰ ਵਾਲਾ ਹਿੱਸਾ ਨਾਰਥ ਹੋਏਗਾ ਹਮੇਸ਼ਾ ਪਿਆਰੇ ਬੱਚੋ, ਪਰ ਤੁਹਾਡਾ ਸੱਜਾ ਹਮੇਸ਼ਾ ਈਸਟ ਹੋਏਗਾ। ਨਾਰਥ ਦਾ ਆਪੋਜ਼ਿਟ ਤੁਹਾਨੂੰ ਯਾਦ ਹੈ, ਈਸਟ ਦਾ ਆਪੋਜ਼ਿਟ ਵੀ ਤੁਹਾਨੂੰ ਪਤਾ ਹੈ। ਉਮੀਦ ਕਰਦਾ ਇਹ ਚੀਜ਼ ਸਮਝ ਆਈ ਹੋਵੇ। ਆਓ ਇਸ ਦਾ ਸੈਕਿੰਡ ਕੰਸੈਪਟ ਦੇਖਦੇ ਹਾਂ। ਇਸੇ ਦਾ ਹੀ ਬੇਸਿਕ ਕੰਸੈਪਟ ਜੋ ਸੈਕਿੰਡ ਹੈ ਉਸ ਨੂੰ ਦੇਖ ਲੈਂਦੇ ਹਾਂ ਬੱਚੋ ਆਪਾਂ। ਬੇਟੇ ਅਗਰ ਮੈਂ ਸੈਕਿੰਡ ਕੰਸੈਪਟ ਦੀ ਗੱਲ ਕਰਾਂ, ਹੁਣ ਤੱਕ ਅਸੀਂ ਇਹ ਚੀਜ਼ ਦੇਖੀ ਹੈ
ਕਿ ਇਹਦੀਆਂ 4 ਦਿਸ਼ਾਵਾਂ ਹੁੰਦੀਆਂ ਨੇ, ਬਟ ਐਕਚੁਅਲ ਦੇ ਵਿੱਚ ਇਹਦੀਆਂ ਮੈਕਸਿਮਮ 8 ਦਿਸ਼ਾਵਾਂ ਬਣਦੀਆਂ ਨੇ ਬੇਟਾ, 8 ਦਿਸ਼ਾ ਹੁੰਦੀਆਂ ਨੇ। ਉਹ ਕਿਹੜੀਆਂ-ਕਿਹੜੀਆਂ ਉਸ ਨੂੰ ਦੇਖਦੇ ਹਾਂ ਪਿਆਰੇ ਬੱਚੋ। 4 ਤਾਂ ਅਸੀਂ ਆਲਰੇਡੀ ਕਰ ਚੁੱਕੇ ਹਾਂ। ਪਹਿਲੀ ਹੈ ਪਿਆਰੇ ਬੱਚੋ नॉर्थ, दूसरी है बेटा साउथ, तीसरी है बच्चों ईस्ट और चौथी है प्यारे बच्चों वेस्ट। उम्मीद करदा इत्थों तक ਤੁਹਾਨੂੰ ਪਤਾ ਹੈ ਆਲਰੇਡੀ ਆਪਾਂ ਨੇ ਇਹ ਚੀਜ਼ ਕਰ ਲਈ ਹੈ। ਮੈਂ ਥੋੜਾ ਪੈਨ ਦਾ ਕਲਰ ਚੇਂਜ ਕਰਨਾ ਚਾਹਾਂਗਾ। ਹੁਣ ਜਿਹੜੀਆਂ ਅਗਲੀਆਂ 4 ਨੇ ਕੁਝ ਉਹ ਇਹਨਾਂ ਦੇ ਵਿਚਾਲੇ ਬਣਦੀਆਂ ਨੇ, ਆਹ ਵਾਲੀ ਚੀਜ਼। ਤਾਂ ਟੋਟਲ 8 ਦਿਸ਼ਾ ਬਣਦੀਆਂ ਨੇ ਪਿਆਰੇ ਬੱਚੋ। ਜੋ ਇਹ ਨਾਰਥ ਤੇ ਈਸਟ ਦੇ ਵਿਚਾਲੇ ਹੈ, ਇਸ ਨੂੰ ਨਾਰਥ ਈਸਟ ਕਿਹਾ ਜਾਂਦਾ ਹੈ, ਉੱਤਰ ਤੇ ਪੂਰਬ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੋ ਈਸਟ ਤੇ ਸਾਊਥ ਦੇ ਵਿਚਾਲੇ ਹੈ ਪਿਆਰੇ ਬੱਚੋ, ਉਸ ਨੂੰ ਸਾਊਥ ਈਸਟ ਕਿਹਾ ਜਾਂਦਾ ਹੈ। ਸਾਊਥ ਮਤਲਬ ਦੱਖਣ, ਈਸਟ ਮਤਲਬ ਪੂਰਬ ਬੇਟਾ। ਇਸੇ ਤਰ੍ਹਾਂ ਸਾਊਥ ਤੇ ਵੈਸਟ ਦੇ ਵਿਚਾਲੇ ਵਾਲੀ ਦਿਸ਼ਾ ਨੂੰ ਅਸੀਂ ਦੱਖਣ ਪੱਛਮ ਕਹਿੰਦੇ ਹਾਂ। ਔਰ ਇਸੇ ਤਰ੍ਹਾਂ ਬੱਚੋ ਉੱਤਰ ਤੇ ਪੱਛਮ ਦੇ ਵਿਚਾਲੇ ਜਿਹੜੀ ਦਿਸ਼ਾ ਹੁੰਦੀ ਹੈ ਪਿਆਰੇ ਬੱਚੋ, ਉਸ ਨੂੰ ਅਸੀਂ ਨਾਰਥ ਵੈਸਟ ਕਹਿ ਦਿੰਦੇ ਹਾਂ ਬੱਚੋ। ਨਾਰਥ ਵੈਸਟ ਮਤਲਬ ਉੱਤਰ ਤੇ ਪੱਛਮ ਬੇਟੇ। ਹੋਪ ਸੋ ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ। ਪਰ ਟੋਟਲ ਜੋ ਦਿਸ਼ਾਵਾਂ ਹੁੰਦੀਆਂ ਨੇ ਨਾ ਪਿਆਰੇ ਬੱਚੋ, ਉਹ 8 ਹੁੰਦੀਆਂ ਨੇ ਬੇਟਾ। ਹੋਪ ਸੋ ਇਹ ਗੱਲ ਕਲੀਅਰ ਹੋਈ ਬੇਟਾ। ਆਓ ਅਗਲੀ ਚੀਜ਼ ਨੂੰ ਕਰਦੇ ਹਾਂ ਬੱਚੋ। ਅਗਲੀ ਜੋ ਚੀਜ਼ ਦੇਖੀ ਜਾਵੇ, ਅਗਰ ਮੈਂ ਤੁਹਾਡੇ ਤੋਂ ਪੁੱਛਾਂ, ਮੰਨ ਲਓ ਆ ਨਾਰਥ ਹੈ ਪਿਆਰੇ ਬੱਚੋ, ਆ ਈਸਟ ਹੈ, ਇਹਦੇ ਵਿਚਾਲੇ ਜੋ ਡਾਇਰੈਕਸ਼ਨ ਹੈ ਉਹ ਕੀ ਹੈ ਬੱਚੋ, ਉਹ ਹੈ ਨਾਰਥ ਈਸਟ। ਸਰ ਕੀ ਇਸ ਨੂੰ ਅਸੀਂ ਈਸਟ ਨਾਰਥ ਕਹਿ ਸਕਦੇ ਹਾਂ? ਹਾਂ ਬੱਚੋ, ਡੈਫੀਨਿਟਲੀ ਇਸ ਨੂੰ ਚਾਹੇ ਤੁਸੀਂ ਨਾਰਥ ਈਸਟ ਕਹੋ, ਚਾਹੇ ਤੁਸੀਂ ਈਸਟ ਨਾਰਥ ਕਹੋ। ਮੈਂ ਪੰਜਾਬੀ ਚ ਕਹਾਂ, ਚਾਹੇ ਇਸ ਨੂੰ ਤੁਸੀਂ ਉੱਤਰ ਤੇ ਪੱਛਮ ਕਹੋ, ਸੌਰੀ ਪੂਰਬ ਕਹੋ, ਚਾਹੇ ਇਸ ਨੂੰ ਤੁਸੀਂ ਪੂਰਬ ਤੇ ਉੱਤਰ ਕਹੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਦਿੱਕਤ ਨਹੀਂ ਹੈ, ਇਹ ਸੇਮ ਰਹਿਣਗੀਆਂ, ਸਿਮਿਲਰ ਰਹਿਣਗੀਆਂ। ਹੋਪ ਸੋ ਇਹ ਗੱਲ ਸਮਝ ਆਈ ਬੱਚੋ। ਅਗਲੀ ਗੱਲ ਇਹ ਆਂਦੀ ਹੈ, ਇਸੇ ਚੀਜ਼ ਵਿੱਚ ਹੀ ਸਿੱਖਦੇ ਹਾਂ ਆਪਾਂ। ਸਰ ਇਹ ਜਿਹੜੀ ਵਿਚਾਲੇ ਲਾਈਨ ਹੈ, ਚਲੋ ਇਹ ਤਾਂ ਨਾਰਥ ਈਸਟ ਬਣ ਗਈ, ਕਿ ਜੇਕਰ ਮੈਂ ਇੱਥੇ ਲਾਈਨ ਕੋਈ ਡਰਾ ਕਰਾਂ ਜਾਂ ਮੈਂ ਕੋਈ ਇੱਥੇ ਲਾਈਨ ਡਰਾ ਕਰਾਂ, ਉਹ ਕਿਹੜੀ ਦਿਸ਼ਾ ਬਣੇਗੀ? ਤਾਂ ਪਿਆਰੇ ਬੱਚੋ ਇੱਕ ਚੀਜ਼ ਨੂੰ ਯਾਦ ਰੱਖਣਾ, ਨਾਰਥ ਤੇ ਈਸਟ ਦੇ ਵਿਚਾਲੇ ਤੁਸੀਂ ਕਿੰਨੀਆਂ ਵੀ ਲਾਈਨਸ ਡਰਾ ਕਰੋ, ਨਾਰਥ ਤੇ ਈਸਟ ਦੇ ਵਿਚਾਲੇ ਤੁਸੀਂ ਕਿੰਨੀਆਂ ਵੀ ਲਾਈਨਸ ਡਰਾ ਕਰੋ, ਉਹ ਸਾਰੀਆਂ ਦੀਆਂ ਸਾਰੀਆਂ ਬੱਚੋ ਨਾਰਥ ਈਸਟ ਹੀ ਕਹਿਲਾਉਣਗੀਆਂ। ਸਾਰੀਆਂ ਦੀਆਂ ਸਾਰੀਆਂ ਜੋ ਨੇ ਉੱਤਰ ਤੇ ਪੂਰਬ ਹੀ ਕਹਿਲਾਉਣਗੀਆਂ ਪਿਆਰੇ ਬੱਚੋ। ਹੋਪ ਸੋ ਤੁਹਾਨੂੰ ਇਹ ਦੂਸਰਾ ਕੰਸੈਪਟ ਵੀ ਸਮਝ ਆਇਆ ਹੋਵੇਗਾ ਬੱਚੋ। ਉਮੀਦ ਕਰਦਾ ਇਹ ਚੀਜ਼ ਕਲੀਅਰ ਹੋਈ ਹੋਵੇਗੀ ਬੇਟਾ। ਆਓ ਹੁਣ ਅਗਲੀ ਚੀਜ਼ ਨੂੰ ਦੇਖਦੇ ਹਾਂ, ਇਸਦੇ ਵਿੱਚ ਅਗਲਾ ਕੰਸੈਪਟ ਦੇਖਦੇ ਹਾਂ ਉਹ ਕੀ ਹੋ ਸਕਦਾ ਹੈ ਬੱਚੋ। ਜੇਕਰ ਆਪਾਂ ਅਗਲੇ ਕੰਸੈਪਟ ਤੇ ਦੇਖੀਏ ਤਾਂ ਅਗਲਾ ਕੰਸੈਪਟ ਇਹ ਹੁੰਦਾ ਹੈ ਬੱਚੋ ਕਿ ਜੋ ਇਹ 4 ਦਿਸ਼ਾ ਹੁੰਦੀਆਂ ਨੇ, ਇਹਦੇ ਵਿੱਚ ਇੱਕ ਐਂਗਲ ਵਰਤਿਆ ਜਾਂਦਾ ਹੈ ਬੱਚੋ, ਇਸਨੂੰ ਕੋਣ ਵੀ ਕਿਹਾ ਜਾਂਦਾ ਹੈ, ਐਂਗਲ ਵੀ ਕਿਹਾ। ਤਾਂ ਇਹ ਜੋ ਚਾਰੇ ਦਿਸ਼ਾਵਾਂ ਹੁੰਦੀਆਂ ਨੇ ਪਿਆਰੇ ਬੱਚੋ, ਜਿਵੇਂ ਇਹ ਨਾਰਥ, ਈਸਟ, ਸਾਊਥ ਤੇ ਵੈਸਟ। ਨਾਰਥ ਤੇ ਈਸਟ ਦੇ ਵਿਚਾਲੇ ਜਿਹੜਾ ਐਂਗਲ ਬਣਦਾ ਹੈ ਉਹ 90 ਡਿਗਰੀ ਦਾ ਬਣਦਾ ਹੈ। ਇਸੇ ਤਰ੍ਹਾਂ ਇਸ ਈਸਟ ਤੇ ਸਾਊਥ ਦੇ ਵਿਚਾਲੇ ਜੋ ਐਂਗਲ ਬਣੇਗਾ ਉਹ ਵੀ 90 ਡਿਗਰੀ ਦਾ ਪਿਆਰੇ ਬੱਚੋ। ਔਰ ਇਸੇ ਤਰ੍ਹਾਂ ਸਾਊਥ ਤੇ ਵੈਸਟ ਦੇ ਵਿਚਾਲੇ ਵੀ 90 ਡਿਗਰੀ ਦਾ, ਔਰ ਇਸੇ ਤਰ੍ਹਾਂ ਨਾਰਥ ਤੇ ਵੈਸਟ ਦੇ ਵਿਚਾਲੇ ਵੀ ਜੋ ਐਂਗਲ ਬਣੇਗਾ ਉਹ 90 ਡਿਗਰੀ ਦਾ ਬਣੇਗਾ। ਇਟ ਮੀਨ ਜੇ ਸਾਰਿਆਂ ਨੂੰ ਜੋੜਾਂ ਤਾਂ 19 ਜਾਂ ਮਤਲਬ 90 ਚੌਕਾ 360, ਤਾਂ ਟੋਟਲ ਐਂਗਲ ਇੱਕ ਸਰਕਲ ਦਾ 360 ਬਣ ਜਾਂਦਾ। ਬਸ ਇੰਨਾ ਯਾਦ ਰੱਖਿਓ ਕਿ ਕਿਸੇ ਇੱਕ ਦਿਸ਼ਾ ਤੋਂ ਦੂਸਰੀ ਦਿਸ਼ਾ ਦੇ ਵਿੱਚ ਜੋ ਐਂਗਲ ਹੋਏਗਾ ਨਾ ਉਹ 90 ਡਿਗਰੀ ਦਾ ਹੁੰਦਾ ਹੈ। ਤਾਂ ਇਹ ਥਰਡ ਕਨਸੈਪਟ ਸੀ ਆਪਣਾ। ਉਮੀਦ ਕਰਦਾ ਇਹ ਸਮਝ ਆਇਆ ਹੋਵੇਗਾ। ਅੱਛਾ ਇੱਕ ਚੀਜ਼ ਹੁਣ ਅਗਲੀ ਸਿੱਖਦੇ ਹਾਂ ਬੱਚੋ। ਜੇਕਰ ਮੈਂ ਕਹਾਂ ਨਾਰਥ ਤੇ ਈਸਟ ਦੇ ਵਿਚਾਲੇ ਆ ਲਾਈਨ ਆਪਾਂ ਨੇ ਡਰਾ ਕਰ ਦਿੱਤੀ, ਇਹ ਵਾਲੀ ਲਾਈਨ ਹੈ, ਇਸ ਦੀ ਦਿਸ਼ਾ ਕਿਹੜੀ ਹੋਏਗੀ? ਇਹਨੂੰ ਨਾਰਥ ਈਸਟ ਕਿਹਾ ਗਿਆ। ਤਾਂ ਇਹ ਐਂਗਲ ਕਿੰਨਾ ਹੋਏਗਾ? ਇਹਦੇ ਉੱਪਰ ਜੋ ਐਂਗਲ ਹੋਏਗਾ ਉਹ 90 ਦਾ ਅੱਧ ਕਰ ਦਿਓ ਬੇਟਾ 45, ਔਰ ਇਹਦੇ ਨੀਚੇ ਜੋ ਐਂਗਲ ਹੋਏਗਾ ਬੇਟਾ ਉਹ ਵੀ 90 ਦਾ ਅੱਧ ਕਰ ਦਿਓ 45। ਤਾਂ ਦੋਨੋਂ 45 ਹੋ ਜਾਣਗੇ। ਮੈਂ ਇੱਕ ਵਾਰ ਇਸ ਨੂੰ ਇੱਥੇ ਡਰਾ ਕਰ ਦੇਣਾ, ਤੁਹਾਨੂੰ ਇਹ ਚੀਜ਼ ਸਮਝ ਆ ਜਾਏਗੀ। ਦੇਖੋ ਏਰੀਆ ਪਿਆਰੇ ਬੱਚੋ ਨਾਰਥ, ਏਰੀਆ ਬੇਟਾ ਕੀ ਈਸਟ। ਅਗਰ ਇਹਨਾਂ ਦੋਨਾਂ ਨੂੰ ਦੇਖਿਆ ਜਾਵੇ, ਇਹਨਾਂ ਦੋਨਾਂ ਦੀ ਜੋ ਦੂਰੀ ਹੈ ਉਹ 90 ਡਿਗਰੀ ਦੀ ਐਂਗਲ ਦੀ ਹੈ, ਇਹ 90 ਡਿਗਰੀ ਦਾ ਐਂਗਲ ਬਣਾਉਂਦੇ ਨੇ।
बट जे ਇਹਦੇ ਵਿਚਾਲੋਂ ਇੱਕ ਲਾਈਨ ਡਰਾ ਕਰ ਦਿੱਤੀ ਜਾਵੇ ਤਾਂ ਇਹ ਕੀ ਬਣ ਗਿਆ, ਨਾਰਥ ਈਸਟ ਬਣ ਗਿਆ। ਤਾਂ ਫਿਰ ਇਹਦਾ ਵੀ ਅੱਧ ਕਰ ਦੋ, 90 ਦਾ ਅੱਧ ਉੱਪਰ ਵੀ 45 ਡਿਗਰੀ ਦਾ ਬਣਿਆ ਔਰ ਨੀਚੇ ਵੀ ਪਿਆਰੇ ਬੱਚੋ 45 ਡਿਗਰੀ ਦਾ ਬਣ ਗਿਆ। ਹੋਪਸੋ ਤੁਹਾਨੂੰ ਅਗਲਾ ਕਨਸੈਪਟ ਵੀ ਸਮਝ ਆਇਆ ਹੋਵੇਗਾ ਬੇਟੇ। ਆਓ ਡੀਅਰ, ਹੁਣ ਤੱਕ ਅਸੀਂ ਕੀ ਕੀਤਾ ਪਿਆਰੇ ਬੱਚੋ, ਹੁਣ ਤੱਕ ਸਭ ਤੋਂ ਪਹਿਲਾਂ ਤਾਂ ਅਸੀਂ ਚਾਰ ਦਿਸ਼ਾਵਾਂ ਦੇਖੀਆਂ। ਉਹ ਜੋ ਚਾਰ ਦਿਸ਼ਾਵਾਂ ਸੀ ਉਹਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਪੇਪਰ ਦੇ ਉੱਪਰ ਜਦੋਂ ਤੁਸੀਂ ਡਰਾ ਕਰੋਗੇ ਤਾਂ ਹਮੇਸ਼ਾ ਜਿਹੜਾ ਉੱਪਰ ਵਾਲਾ ਪਾਸਾ ਹੈ ਉਹ ਸਾਡਾ ਨਾਰਥ ਹੋਏਗਾ ਔਰ ਸਾਡਾ ਜੋ ਸੱਜਾ ਹੱਥ ਹੈ ਉਹ ਈਸਟ ਹੋਏਗਾ। ਪਹਿਲਾ ਕੰਮ ਅਸੀਂ ਇਹ ਸਿੱਖਿਆ। ਦੂਸਰੇ ਵਿੱਚ ਅਸੀਂ ਇਹ ਦੇਖਿਆ ਕਿ ਇਹ ਚਾਰ ਦਿਸ਼ਾਵਾਂ ਨਾ ਹੋ ਕੇ ਐਕਚੁਅਲ ਦੇ ਵਿੱਚ 8 ਦਿਸ਼ਾਵਾਂ ਹੁੰਦੀਆਂ ਨੇ। ਐਕਚੁਅਲ ਦੇ ਵਿੱਚ ਕਿੰਨੀਆਂ ਬੇਟੇ, 8 ਦਿਸ਼ਾਵਾਂ ਹੁੰਦੀਆਂ ਨੇ, ਕੁਛ ਇਸ ਤਰ੍ਹਾਂ, ਔਰ ਇਹ ਡਰਾ ਹੋ ਜਾਂਦਾ ਵਿੱਚ ਨਾਰਥ, ਨਾਰਥ ਈਸਟ और ईस्ट, फिर प्यारे बच्चों साउथ ईस्ट, फिर साउथ डियर, फिर साउथ वेस्ट, फिर वेस्ट, फिर नॉर्थ वेस्ट बेटा, इस तरह हो जाता है बच्चों। इस तो बाद असी जो अगली गल कही सी वो ये सी कि अगर ये दो एंगल आ जान, इन्हां दो एंगलों दे विच जां दो दिशावां दे विचाले कितों भी तुसी लाइन खिंच दो, वो सारी दी सारी जो दिशा होएगी वो नॉर्थ ईस्ट होएगी प्यारे। इस तो बाद असी एंगल ते गल कीती बेटा। ਅਸੀਂ ਆਖਿਆ ਜੋ ਇਹ ਟੋਟਲ ਸਰਕਲ ਹੈ ਇਹ ਐਂਗਲ ਬਣਾਉਂਦਾ ਹੈ 90 ਡਿਗਰੀ ਦਾ, ਇਹ ਐਂਗਲ ਬਣਾਉਂਦਾ ਹੈ 90 ਡਿਗਰੀ ਦਾ। ਔਰ ਈਚ ਡਾਇਰੈਕਸ਼ਨ मतलब नॉर्थ तो ईस्ट 90 ਦਾ ਬਣਦਾ ਹੈ, ਈਸਟ ਤੋਂ ਸਾਊਥ ਦਾ 90 ਡਿਗਰੀ ਦਾ ਬਣਦਾ ਹੈ, ਔਰ ਇਸੇ ਤਰ੍ਹਾਂ ਸਾਊਥ ਵੈਸਟ ਦਾ ਵੀ 90 ਡਿਗਰੀ ਦਾ, ਔਰ ਇਸੇ ਤਰ੍ਹਾਂ ਨਾਰਥ ਵੈਸਟ ਦਾ ਵੀ 90 ਡਿਗਰੀ ਦਾ ਐਂਗਲ ਬਣਦਾ ਹੈ। ਉਮੀਦ ਕਰਦਾ ਤੁਹਾਨੂੰ ਇਹ ਗੱਲ ਸਮਝ ਆਈ ਹੋਵੇ। ਆਓ ਬੱਚੋ ਇਸੇ ਦਾ ਹੀ ਆਪਾਂ फोर्थ कंसैप्ट सीखते हैं। जो अगला कंसैप्ट है वो की हो सकता है, क्योंकि इस चैप्टर ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦੇ ਬੇਸਿਕ ਕੰਸੈਪਟ ਆਉਣੇ ਬਹੁਤ ਜ਼ਰੂਰੀ ਨੇ। ਅਗਰ ਤੁਹਾਨੂੰ ਇਸ ਦੇ ਬੇਸਿਕ ਕੰਸੈਪਟ ਇੱਕ ਵਾਰ ਸਮਝ ਆ ਗਏ, ਹੋ ਸਕਦਾ ਹੈ ਉਹ ਅੱਜ ਆਪਾਂ ਬੇਸਿਕ ਕੰਸੈਪਟ ਹੀ ਕਰੀਏ, ਤਾਂ ਤੁਸੀਂ ਬੜੇ ਆਸਾਨੀ ਨਾਲ ਰੀਜ਼ਨਿੰਗ ਦੇ 2-3 ਚੈਪਟਰ ਆਸਾਨੀ ਨਾਲ ਕਵਰ ਕਰ ਲੋਗੇ। ਇੱਕ ਤਾਂ ਇਹੀ ਜਿਸ ਨੂੰ ਅਸੀਂ ਡਾਇਰੈਕਸ਼ਨ ਕਹਿ ਰਹੇ ਹਾਂ ਚੈਪਟਰ, ਇਸੇ ਦਾ ਹੀ डिस्टेंस पार्ट बेटे, और बेटा जी इसे दा ही मैं रैंकिंग कहा चैप्टर जो है बेटा, और इसे दा ही प्यारे बच्चों सिटिंग अरेंजमेंट चैप्टर बेटा। तो आई थिंक ये जो रीजनिंग का चैप्टर है ना डिस्टेंस एंड डायरेक्शन, ये 3-4 क्वेश्चनों के विच हेल्प करेगा। जिवें मैथ की परसेंटेज 3-4 प्रॉफिट एंड लॉस या फिर रेशो या फिर SI सिंपल इंटरस्ट, कंपाउंड इंटरस्ट, उन्होंने विच हेल्प करती, सेम ये चैप्टर 2-3 चैप्टर के विच मदद करेगा तुहाडी। आओ बच्चों फोर्थ कंसैप्ट से, वट इज अ फोर्थ कंसैप्ट, साडा फोर्थ कंसैप्ट की बच्चों एक कंसैप्ट यह है कि ਇਹਦੇ ਵਿੱਚ ਇੱਕ ਛੋਟਾ ਜਿਹਾ ਕੰਸੈਪਟ ਯੂਜ਼ ਹੁੰਦਾ ਹੈ ਰਾਈਟ ਤੇ ਲੈਫਟ ਦਾ। ਬੱਚੋ ਇਸੇ ਦੇ ਵਿੱਚ ਇੱਕ ਰਾਈਟ ਐਂਡ ਲੈਫਟ ਦਾ ਕੰਸੈਪਟ ਯੂਜ਼ ਹੁੰਦਾ ਹੈ। ਅੱਜ ਉਹਦੀ ਗੱਲ ਕਰਦੇ ਹਾਂ, ਉਸ ਚੀਜ਼ ਨੂੰ ਸਮਝਦੇ ਹਾਂ। ਪਿਆਰੇ ਬੱਚੋ ਜਿਵੇਂ ਇੱਕ ਕੁਐਸਚਨ ਆਇਆ ਤੁਹਾਡੇ ਕੋਲ, ਇੱਕ ਪਰਸਨ ਜੋ ਹੈ ਉਹ ਨਾਰਥ ਵੱਲ ਮੂਵ ਕਰ ਰਿਹਾ ਹੈ, ਉਹ ਨਾਰਥ ਵੱਲ ਮੂਵ ਕਰ ਰਿਹਾ ਹੈ। ਤਾਂ ਅਸੀਂ ਕੀ ਕੀਤਾ, ਅਸੀਂ ਇਹ ਸਮਝਿਆ ਸੀ ਕਿ ਕਾਪੀ ਤੇ ਜਦੋਂ ਵੀ ਅਸੀਂ ਕੋਈ ਚੀਜ਼ ਡਰਾ ਕਰਾਂਗੇ ਤਾਂ ਉੱਪਰ ਵਾਲੀ ਸਾਈਡ ਸਾਡੀ ਕੀ ਹੁੰਦੀ ਹੈ ਪਿਆਰੇ ਬੱਚੋ, ਨਾਰਥ ਹੁੰਦੀ ਹੈ। ਬਸ ਐਂ ਸਮਝ ਲਓ ਪਿਆਰੇ ਬੱਚੋ, ਜਿਹੜਾ ਬੰਦਾ ਨਾਰਥ ਵੱਲ ਮੂਵ ਕਰ ਰਿਹਾ ਹੈ ਨਾ ਉਹ ਅਸੀਂ ਖੁਦ ਹੁੰਦੇ ਹਾਂ ਬੇਟੇ, ਅਸੀਂ ਖੁਦ ਹਾਂ। ਬਸ ਇੰਨੀ ਗੱਲ ਯਾਦ ਰੱਖਿਓ। ਕੋਈ ਵੀ ਬੰਦਾ ਅਗਰ ਨਾਰਥ ਵੱਲ ਮੂਵ ਕਰ ਰਿਹਾ ਹੈ ਨਾ ਪਿਆਰੇ ਬੱਚੋ, ਤਾਂ ਉਹ ਅਸੀਂ ਖੁਦ ਹਾਂ। ਅਗਰ ਅਸੀਂ ਖੁਦ ਹਾਂ ਤੇ ਲੈਫਟ ਤੇ ਰਾਈਟ ਵੀ ਸਾਡਾ ਖੁਦ ਦਾ ਹੀ ਹੋਏਗਾ। ਜੋ ਸਾਡਾ ਲੈਫਟ ਹੈ ਪਿਆਰੇ ਬੱਚੋ, ਜੋ ਸਾਡਾ ਲੈਫਟ ਹੈ ਉਹ ਇਸ ਦਾ ਲੈਫਟ ਹੋਏਗਾ ਪਿਆਰੇ ਬੱਚੋ। ਮੈਂ ਲੈਫਟ ਨੂੰ ਸ਼ਾਰਟ ਫਾਰਮ 'ਚ L ਲਿਖ ਰਿਹਾ ਬੇਟੇ, ਜੋ ਮੈਂ ਲੈਫਟ ਹੈ ਉਸ ਨੂੰ ਸ਼ਾਰਟ ਫਾਰਮ 'ਚ L ਲਿਖ ਰਿਹਾ ਹਾਂ। ਔਰ ਜੋ ਸਾਡਾ ਰਾਈਟ ਹੋਏਗਾ ਉਹ ਇਸ ਬੰਦੇ ਦਾ ਰਾਈਟ ਹੋਏਗਾ। ਉਮੀਦ ਕਰਦਾ ਤੁਹਾਨੂੰ ਇਹ ਗੱਲ ਸਮਝ ਆਈ ਹੋਵੇ। ਅਸੀਂ ਇਹ ਫੋਰਥ ਕੰਸੈਪਟ ਕਰ ਰਹੇ ਸੀ ਰਾਈਟ ਔਰ ਲੈਫਟ ਦਾ, ਔਰ ਰਾਈਟ ਔਰ ਲੈਫਟ ਦੀ ਚੀਜ਼ ਨੂੰ ਹੀ ਅਸੀਂ ਅੰਡਰਸਟੈਂਡ ਕੀਤਾ ਹੈ ਬੇਟੇ। ਆਓ ਥੋੜਾ ਜਿਹਾ ਮੈਂ ਔਰ ਬਰੀਫ ਦੇ ਵਿੱਚ ਇਸ ਨੂੰ ਐਕਸਪਲੇਨ ਕਰਦਾ ਹਾਂ, ਫਿਰ ਮੂਵ ਕਰਾਂਗੇ ਅਗਲੇ ਪਾਰਟ ਦੇ ਵਿੱਚ ਬੇਟਾ, ਔਰ ਚੀਜ਼ ਨੂੰ ਸਮਝਾਂਗੇ ਕਿਸ ਵੇ ਦੇ ਨਾਲ ਇਹ ਗੱਲ ਕਰ ਰਿਹਾ ਹੈ। ਪਿਆਰੇ ਬੱਚੋ ਅਸੀਂ ਕੀ ਕੀਤਾ, ਜਿਵੇਂ ਇਹ ਚਾਰ ਦਿਸ਼ਾਵਾਂ ਨੇ ਪਿਆਰੇ ਬੱਚੋ, ਅਸੀਂ ਆਖਿਆ ਜੋ ਨਾਰਥ ਵਾਲੀ ਸਾਈਡ ਬੰਦਾ ਹੁੰਦਾ ਹੈ ਨਾ ਅਸੀਂ ਖੁਦ ਹੁੰਨੇ ਆ। ਅਗਰ ਅਸੀਂ ਖੁਦ ਹੁੰਨੇ ਆ ਤੇ ਸਾਡਾ ਰਾਈਟ ਇਸ ਬੰਦੇ ਦਾ ਰਾਈਟ ਔਰ ਸਾਡਾ ਲੈਫਟ ਇਸ ਬੰਦੇ ਦਾ ਲੈਫਟ ਹੁੰਦਾ ਹੈ। ਹੁਣ ਇਹੀ ਗੱਲ ਤੁਹਾਡੇ ਤੋਂ ਪੁੱਛੀ ਜਾਵੇ ਜੇ ਉਹ ਬੰਦਾ ਹੀ ਈਸਟ ਵੱਲ ਜਾ ਰਿਹਾ ਹੋਵੇ
ਜੇ ਉਹ ਬੰਦਾ ਹੀ ਪੂਰਬ ਵੱਲ ਜਾ ਰਿਹਾ ਹੋਵੇ, ਪੂਰਬ ਵੱਲ ਫੇਸ ਹੋਵੇ, ਤਾਂ ਉਹਦਾ ਰਾਈਟ ਲੈਫਟ ਕੀ ਬਣੇਗਾ? ਤਾਂ ਪਿਆਰੇ ਬੱਚੋ ਫਿਰ ਇਮੇਜਿਨ ਕੀਤਾ ਅਸੀਂ, ਉਹਦਾ ਰਾਈਟ ਲੈਫਟ ਕਰਨ ਦੇ ਲਈ ਇਹ ਸਾਡਾ ਲੈਫਟ ਬਣ ਗਿਆ ਔਰ ਇਹ ਇਹਦਾ ਰਾਈਟ ਬਣ ਗਿਆ। ਸੋ ਸਮਝ ਆਈ ਗੱਲ ਬੇਟਾ? ਅਗਰ ਮੈਂ ਇਸੇ ਚੀਜ਼ ਨੂੰ ਦੇਖਾਂ, ਅਗਰ ਇਹ ਚੀਜ਼ ਤੁਹਾਨੂੰ ਫਿਰ ਵੀ ਪਰੇਸ਼ਾਨ ਕਰਦੀ ਹੈ ਤਾਂ ਡੋਂਟ ਵਰੀ, ਮੈਂ ਹੈਲਪ ਕਰਾਂਗਾ ਇਹਦੇ ਵਿੱਚ। ਬਸ ਆ ਤੁਸੀਂ ਦੋ ਚੀਜ਼ਾਂ ਨੂੰ ਪਕੜਨਾ ਹੈ। ਜੋ ਬੰਦਾ ਨਾਰਥ ਵੱਲ ਜਾ ਰਿਹਾ ਹੈ ਉਹ ਅਸੀਂ ਖੁਦ ਹਾਂ, ਤਾਂ ਇਹ ਸਾਡਾ ਲੈਫਟ, ਉਸ ਦਾ ਲੈਫਟ, ਸਾਡਾ ਰਾਈਟ, ਉਸ ਦਾ ਰਾਈਟ। ਔਰ ਜੋ ਬੰਦਾ ਈਸਟ ਵੱਲ ਜਾ ਰਿਹਾ ਹੈ ਤਾਂ ਸਾਡਾ ਲੈਫਟ ਉੱਪਰ ਨੂੰ ਆ ਗਿਆ ਔਰ ਉਸ ਦਾ ਰਾਈਟ ਨੀਚੇ ਨੂੰ ਆ ਗਿਆ। ਪਿਆਰੇ ਬੱਚੇ ਕਲੀਅਰ ਹੋਈ ਗੱਲ ਬੇਟਾ? ਔਰ ਜੇਕਰ ਬੰਦਾ ਹੀ ਸਾਊਥ ਨੂੰ ਜਾ ਰਿਹਾ ਹੈ, ਜੇਕਰ ਬੰਦਾ ਸਾਊਥ ਨੂੰ ਜਾ ਰਿਹਾ ਹੈ ਤਾਂ ਪਿਆਰੇ ਬੱਚੋ ਉੱਪਰ ਵਾਲਾ ਲੈਫਟ ਰਾਈਟ ਆਪੋਜੀਟ ਹੋ ਜਾਂਦਾ ਹੈ। ਤਾਂ ਅਸੀਂ ਇਮੇਜਿਨ ਕਰ ਲੈਂਦੇ ਆ ਇਸ ਬੰਦੇ ਦਾ ਲੈਫਟ, ਕਿਉਂਕਿ ਹੁਣ ਇੱਧਰ ਲੈਫਟ ਸੀ ਪਹਿਲਾਂ, ਔਰ ਇਹ ਇਸ ਬੰਦੇ ਦਾ ਰਾਈਟ ਹੋ ਗਿਆ। ਹੋਪਸੋ ਤੁਹਾਨੂੰ ਇਹ ਗੱਲ ਸਮਝ ਆਈ। ਔਰ ਇਸੇ ਤਰ੍ਹਾਂ ਹੁਣ ਇਹ ਦੇਖ ਲੈਂਦੇ ਆ, ਅਗਰ ਉਹ ਬੰਦਾ ਵੈਸਟ ਵੱਲ ਨੂੰ ਜਾ ਰਿਹਾ ਹੈ ਤਾਂ ਇਹਦਾ ਆਪੋਜੀਟ ਕਰ ਦਿੰਦੇ ਆ। ਜੇਕਰ ਉੱਪਰ ਲੈਫਟ ਸੀ ਤਾਂ ਹੁਣ ਉੱਪਰ ਆਪਾਂ ਰਾਈਟ ਕਰ ਦਿੰਦੇ ਆ और नीचे प्यारे बच्चों लेफ्ट कर। उम्मीद करदा कुछ हद तक, कुछ परसेंटेज तक तुहानू ये चीज समझ आई होगी, बट डोंट वरी, टेंशन ना लो। इस चीज नू हुण तां असीं इमेजिन दे राहीं सिੱਖਿਆ, ਅਸੀਂ इमेजिन ਕੀਤਾ कि मैं ਇੱਥੇ बैठा ਜਾਂ ਉੱਥੇ बैठा ਤਾਂ ਉਸ ਵੇ ਦੇ ਨਾਲ ਇਸ ਨੂੰ ਆਪਾਂ और भी बेटर क्रिस्टल क्लियर करांगे। प्यारे बच्चों क्लियर होई गल बेटा? हुण चीज नू समझना और देखते हैं इस वे दे नाल की चीज आपां कर सकते हैं। प्यारे बच्चों ਤਾਂ ਜਦੋਂ ਰਾਈਟ ਲੈਫਟ ਦਾ ਕਨਸੈਪਟ ਆਉਂਦਾ ਹੈ ਨਾ, ਤਾਂ ਇਸ ਦਾ ਮੈਂ ਇੱਕ ਤਰੀਕਾ ਤੁਹਾਨੂੰ ਦੱਸਣਾ ਚਾਹਾਂਗਾ ਜੋ ਤੁਹਾਡੇ ਲਈ ਇੱਕ ਰਾਮਬਾਣ ਦਾ ਕੰਮ ਕਰੇਗਾ। ਹਰ ਜਗ੍ਹਾ ਤੇ ਤੁਹਾਨੂੰ ਉਹ ਚੀਜ਼ ਸਮਝ ਆਏਗੀ। ਪਿਆਰੇ ਬੱਚੋ, ਜੇਕਰ ਤੁਸੀਂ ਰਾਈਟ ਲੈਫਟ ਦੀ ਕਨਸੈਪਟ ਨੂੰ ਸਮਝਣਾ ਹੈ ਤਾਂ ਤੁਸੀਂ ਕੁਝ ਇਸ ਤਰੀਕੇ ਨਾਲ ਸਮਝੋ। ਹੁਣ ਤੱਕ ਮੈਂ ਇਮੇਜਿਨ ਕੀਤਾ ਸੀ, ਬਟ ਨਾਓ ਮੈਂ ਕਲੀਅਰ ਕਰਨ ਜਾ ਰਿਹਾ ਗੱਲ ਨੂੰ। ਬੇਟਾ ਦੇਖੋ, ਜੇਕਰ ਕੋਈ ਇਨਸਾਨ ਸਰਕਲ ਚ ਘੁੰਮਦਾ ਹੈ, ਹੁਣ ਮੇਰੀ ਗੱਲ ਨੂੰ ਸਮਝਣਾ, ਸਰਕਲ ਦੇ ਵਿੱਚ ਘੁੰਮਦਾ ਤਾਂ ਸਰ ਸਰਕਲ ਦੋ ਤਰ੍ਹਾਂ ਦੇ ਹਨ। ਲਿਖੋ ਇੱਕ ਸ਼ਬਦ ਤਾਂ ਲਿਖੋ ਪਿਆਰੇ ਬੱਚੋ, ਕਲੌਕਵਾਈਜ਼, ਘੜੀ ਦੇ ਅਨੁਸਾਰ ਘੁੰਮਣਾ ਹੈ ਨਾ। ਘੜੀ ਦੇ ਅਨੁਸਾਰ ਘੁੰਮਣ ਦਾ ਮਤਲਬ ਆ ਡਾਇਰੈਕਸ਼ਨ ਹੋ ਗਈ, ਘੜੀ ਹਮੇਸ਼ਾ ਇਸ ਦਿਸ਼ਾ ਵੱਲ ਚੱਲਦੀ ਹੈ ਨਾ, ਘੜੀ ਇਸ ਦਿਸ਼ਾ ਵੱਲ ਚੱਲਦੀ ਹੈ। ਪਿਆਰੇ ਬੱਚੋ ਸਮਝ ਆਈ ਬੇਟਾ? ਕਲੌਕਵਾਈਜ਼ ਬੇਟਾ ਇੱਕ ਸਰਕਲ ਤਾਂ ਇਹ ਹੋ ਗਿਆ। ਇਸੇ ਦਾ ਆਪੋजिट ਐਂਟੀ ਕਲੌਕਵਾਈਜ਼, ਐਂਟੀ ਦਾ ਮਤਲਬ ਘੜੀ ਦੇ ਵਿਰੁੱਧ ਬੇਟਾ ਜੀ, ਘੜੀ ਦੇ ਵਿਰੁੱਧ ਐਂਟੀ ਕਲੌਕਵਾਈਜ਼ ਬੇਟਾ। ਐਂਟੀ ਕਲੌਕਵਾਈਜ਼ ਕੀ ਹੋ ਸਕਦਾ ਹੈ ਪਿਆਰੇ ਬੱਚੋ? ਐਂਟੀ ਕਲੌਕਵਾਈਜ਼ ਆਪੋजिट ਹੋ ਜਾਏਗਾ ਆ ਸਟਰਕਚਰ, एंटी क्लॉकवाइज आ चीज बन जाएगी। मैं जो मेरा जो कर्सर है तुसी देख पा रहे होगे, ये एंटी क्लॉकवाइज है। और जेकर मैं इस साइड नू आवां, ये प्यारे बच्चों क्लॉकवाइज है। उम्मीद करदा इन्ना कंसैप्ट तुहानू समझ आया होगा। बस प्यारे बच्चों एक गल नू हुण याद रखो, कोई भी चीज अगर क्लॉकवाइज घूमेगी है ना, कोई भी चीज क्लॉकवाइज घूमेगी तो प्यारे बच्चों क्लॉकवाइज हमेशा राइट होगी। मेरी गल नू याद रखना, अज तो बाद तुहानू ये दिक्कत नहीं आएगी कभी अगर तुसी इस कंसैप्ट नू पकड़दे हो। कोई भी चीज प्यारे बच्चों अगर वो क्लॉकवाइज घूम रही है, अगर वो क्लॉकवाइज घूम रही है तो इट मीन्स वो राइट टर्न ले रही है, वो राइट टर्न ले रही है। चलो देखिए, आ बंदा नॉर्थ वाल खड़ा है ना, ये नॉर्थ दिशा होगी, ये ईस्ट होगी, ये प्यारे बच्चों साउथ होगी और ये वेस्ट होगी। देखो एक बंदा नॉर्थ वाल फेस करके खड़ा सी, वो क्लॉकवाइज घूमिया, मतलब आ वाली चीज क्लॉकवाइज घूमिया, तो क्लॉकवाइज घूमन का की कारण बनया? राइट साइड नू घूमिया, तो प्यारे बच्चों राइट साइड ओदी आ वाली है। होप्सो समझ आ रही गल बेटा? इट मीन अगर वो राइट साइड घूमता है तो नॉर्थ दी राइट साइड की होएगी? नॉर्थ दी राइट साइड प्यारे बच्चों ईस्ट होगी। उम्मीद करदा ये गल समझ आई। फिर देखो इसे तरह कोई बंदे का फेस अगर ईस्ट वाल है तो और क्लॉकवाइज घूमता है, क्लॉकवाइज इस तरह ही घूमेगा, क्लॉकवाइज घूमेगा तो वह केड़ी दिशा वाल घूमया प्यारे बच्चों? राइट साइड घूमया। अगर कोई बंदा ईस्ट वालों घूमता है राइट साइड तो वह केड़ी दिशा वाल घूमेगा? वो घूमेगा प्यारे बच्चों साउथ दिशा वाल। होप्सो समझ आ रहा? तो नॉर्थ का राइट की है? ईस्ट। ईस्ट का राइट की है? साउथ बेटे। इसे तरह कोई बंदा साउथ वाल फेस करके खड़ा सी, अगर वो
क्लॉकवाइज घूमता है तो इट मीनस साउथ वाली साइड आह राइट साइड बनेगी। तो साउथ तो कोई अगर राइट साइड घूमता है तो वह केड़ी दिशा वाल घूमेगा प्यारे बच्चों, वैस्ट दिशा वाल घूमेगा। सेम प्यारे बच्चों आ चीज इधर बना लो, कोई बंदा वैस्ट तो नॉर्थ सॉरी क्लॉकवाइज घूमता है तो वह राइट साइड इस तरह घूमेगा। वैस्ट तो अगर राइट साइड लावा तो नॉर्थ होगी। मैं उम्मीद करदा तुहानू गल समझ आई होगी। अगर ना भी क्लीयर होवे इस वीडियो ਨੂੰ पॉज करके एक बारी वापस देखो, बड़ा सौखा ਜਿਹਾ कंसेप्ट है। कोई भी इंसान किसी भी दिशा ਵੱਲ ਮੂੰਹ करके खड़ा है, जेकर ਉਹ ਘੜੀ ਦੀ ਦਿਸ਼ਾ ਦੇ ਤਰ੍ਹਾਂ ਕਲੌਕਵਾਈਜ਼ ਘੁੰਮਦਾ ਹੈ, ਘੜੀ ਦੀ ਦਿਸ਼ਾ ਦੇ ਤਰ੍ਹਾਂ ਘੁੰਮਦਾ ਹੈ ਪਿਆਰੇ ਬੱਚੋ, ਇਸ ਤਰੀਕੇ ਨਾਲ ਘੁੰਮਦਾ ਹੈ ਤਾਂ ਉਹ ਹਮੇਸ਼ਾ ਰਾਈਟ ਸਾਈਡ ਹੀ ਮੂਵ ਕਰੇਗਾ। क्लीयर होई गल बेटा। आओ प्यारे बच्चों ਹੁਣ ਅਗਲੀ ਸਲਾਈਡ ਦੇ ਵਿੱਚ ਆਪਾਂ ਐਂਟੀ ਕਲੌਕ ਦਾ ਫੰਡਾ ਦੇਖ ਲੈਨੇ ਹਾਂ। ਐਂਟੀ ਕਲੌਕ ਦਾ ਫੰਡਾ ਕੀ ਹੋ ਸਕਦਾ प्यारे बच्चों, एंटी क्लॉक का फंडा ओपोजिट हो जाएगा। देखो मैं ये गल कही कि क्लॉकवाइज की चीज होंगी है, घड़ी दे तरह घूमना होवे, जिवें घड़ी घूमती है, घड़ी इस तरह घूमती है, क्लॉकवाइज हमेशा की आएगा प्यारे बच्चों, राइट आएगा। यही चीज मैं हुण तुहानू कहां फिर एंटी क्लॉक, एंटी का मतलब विरुद्ध हो गया, किहदे विरुद्ध, घड़ी दे विरुद्ध। घड़ी दे विरुद्ध इस तरह घूमया जाएगा, फिर अगर इस तरह घूमया जाएगा तो एंटी क्लॉक हमेशा की होएगा प्यारे बच्चों, लैफ्ट साइड होएगी। उम्मीद करदा ये चीज समझ आई। चलो चेक करते हैं आपां प्यारे बच्चों, ये रही नॉर्थ, ये रहा ईस्ट। अपना मैं ये दो ही तवज्जो दे रहा क्योंकि नॉर्थ का विरुद्ध मैनू पता है साउथ, ईस्ट का विरुद्ध मैनू पता वैस्ट है। बस तुसी उपर वाला ते सज्जा हाथ ध्यान च रखो। घड़ी दे विरुद्ध घूमना है, घड़ी तो आम इस तरह घूमती है, आपां विरुद्ध घूमना है। अगर विरुद्ध घूमना है तो आपां ऐ नूं घूमांगे, जिवें इत्थों इधर घूम गए। ठीक है पुत्र। अगर ईस्ट तो कोई बंदा लैफ्ट वाल मुड़दा है जां एंटी क्लॉक मुड़दा है तो उसनूं असीं की कहांगे, लैफ्ट कहांगे बच्चों। क्लीयर हुई गल बेटा। इसे तरह कोई नॉर्थ तो इस तरह घूमदा है प्यारे बच्चों, तो नॉर्थ तो एंटी क्लॉक घूमना, लैफ्ट साइड घूमया बच्चों। इसे तरह कोई बंदा वैस्ट तो एंटी क्लॉक घूमया तो लैफ्ट घूमया बच्चों। और इसे तरह कोई बंदा साउथ वाल मुंह करके खड़ा सी और ओह बेटे एंटी क्लॉक घूमया तो प्यारे बच्चों वो लैफ्ट घूम गया। उम्मीद करदा ये चीज तुहानू समझ आई होएगी बच्चों। साउथ का लैफ्ट की बनया, ईस्ट बन गया, ईस्ट का लैफ्ट की बनया, नॉर्थ बन गया, नॉर्थ का लैफ्ट की बनया, वेस्ट बन गया, और वेस्ट का लैफ्ट की बन गया बच्चों, साउथ बन गया। तो बड़ा छोटा जिहा कंसैप्ट सी, तुहानू समझ आ गया होएगा उम्मीद करदा। नहीं तो फाइनल शेप तुसीं इन्नी लिख लो बस, जदों भी क्लॉकवाइज घुमांगे तो क्लॉकवाइज हमेशा राइट साइड आएगी। ठीक है बेटा। क्लॉकवाइज घूमन का मतलब सज्जे हथ मुड़ना, और एंटी क्लॉक घूमना बेटा, एंटी क्लॉक घूमना मतलब खब्बे हथ घूमना बेटा। और घड़ी की दिशा आपां नूं सब नूं पता है, घड़ी की दिशा आ हुंदी है और घड़ी के विरुद्ध आ दिशा हुंदी है। होप सो ये चीज समझ आई होएगी बच्चों। आओ बेटा थोड़ा जा इस कंसैप्ट ते थोड़ी और नजर मारते हैं और बेटर तरीके नाल चीज नूं समझते हैं बच्चों। बस ਅਸੀਂ ਹੁਣ जो दिमाग ਵਿੱਚ ਰੱਖਾਂਗੇ ਉਹ बस आ दो शब्दां ਨੂੰ ਰੱਖਾਂਗੇ क्वेश्चन ਨੂੰ ਕਰਨ ਤੋਂ ਪਹਿਲਾਂ कि क्लॉकवाइज मतलब राइट साइड, एंटी क्लॉकवाइज मतलब लेफ्ट साइड। बेटा इन्नी चीज ਅਸੀਂ ਕਰਾਂਗੇ प्यारे बच्चों। देखा जाए तो अपने कोल चार दिशावां ने, मैं ਹੁਣ एक कंसैप्ट ਦੇ ਰਾਹੀਂ क्वेश्चन ਨੂੰ ਸਮਝਾਉਣਾ ਚਾਹਾਂਗਾ। एरिया सी नॉर्थ, एरिया बच्चों साउथ, एरिया बच्चों ईस्ट और एरिया बच्चों वेस्ट। विचाले की आ गया बेटा नॉर्थ ईस्ट, इधर की आ गया बच्चों साउथ ईस्ट, अपने को इधर की आ गया राजे साउथ वेस्ट, और इस दिशा वाल की आ गया नॉर्थ वेस्ट। बेटा हुण गल नूं समझना प्यारे बच्चों, जेकर मैं तुहानू कहां कि मैनू नॉर्थ ईस्ट दा जां कोई बंदा नॉर्थ ईस्ट दा सज्जे हथ मुड़िया है, नॉर्थ ईस्ट दा जां आपां इह कह दिंदे हां राइट ऑफ नॉर्थ ईस्ट की होवेगा, ਜਾਂ नॉर्थ ईस्ट ਦਾ ਸੱਜਾ ਪਾਸਾ ਕੀ ਹੋਵੇਗਾ, ਮੈਨੂੰ ਇਹ ਆਨਸਰ ਦੇ। ਤਾਂ ਪਿਆਰੇ ਬੱਚੋ ਸਾਨੂੰ ਇੰਨਾ ਪਤਾ ਹੈ ਕਿ ਜੇ ਸੱਜੇ ਹੱਥ ਮੁੜਨਾ ਹੈ ਤਾਂ ਸੱਜੇ ਹੱਥ ਦਾ ਮਤਲਬ ਕਲੌਕਵਾਈਜ਼, ਘੜੀ ਦੀ ਤਰ੍ਹਾਂ ਘੁੰਮਣਾ, ਹੈ ਨਾ, ਆ ਚੀਜ਼ ਹੋਗੀ।
ਅਜੇ ਕੰਸੈਪਟ ਹੀ ਕਰ ਰਹੇ ਹਾਂ, ਕੁਐਸਚਨ ਸ਼ੁਰੂ ਨਹੀਂ ਕੀਤਾ ਮੈਂ। ਕੁਐਸਚਨ ਦੇ ਲੈਵਲ ਨੂੰ ਆਪਾਂ ਸ਼ੁਰੂ ਕਰਾਂਗੇ ਮੇ ਵੀ ਅਗਲੇ ਲੈਕਚਰ 'ਚ, ਬਟ ਉਸ ਤੋਂ ਪਹਿਲਾਂ ਸਾਨੂੰ ਕੁਐਸਚਨ ਦੇ ਕੰਸੈਪਟ ਸਮਝ ਲੈਣੀ ਬਹੁਤ ਜ਼ਰੂਰਤ ਹੈ ਬੇਟੇ। ਦੇਖੋ ਮੇਰੀ ਗੱਲ ਨੂੰ ਸਮਝਣਾ ਬੇਟੇ, ਕਹਿੰਦਾ ਕਿ ਨਾਰਥ ਈਸਟ ਦਾ ਸੱਜਾ ਪਾਸਾ ਜਾਂ ਨਾਰਥ ਈਸਟ ਦੇ ਸੱਜੇ ਕੀ ਹੋਵੇਗਾ। ਪਿਆਰੇ ਬੱਚੋ, ਨਾਰਥ ਈਸਟ ਦੇ ਸੱਜੇ ਕਲੌਕਵਾਈਜ਼ ਘੁੰਮਾਂਗੇ। ਅਗਰ ਮੈਂ ਸੱਜੇ ਇਸ ਤਰ੍ਹਾਂ ਘੁੰਮਦਾ ਤਾਂ ਈਸਟ ਵੀ ਹੈ, ਥੋੜਾ ਔਰ ਘੁੰਮਦਾ ਸਾਊਥ ਈਸਟ ਵੀ ਹੈ, ਥੋੜਾ ਔਰ ਘੁੰਮਦਾ ਤਾਂ ਸਾਊਥ ਵੀ ਹੈ। ਤਾਂ ਇਹਦਾ ਮਤਲਬ ਕੀ ਹੋਇਆ, ਨਾਰਥ ਈਸਟ ਦੇ ਸੱਜੇ ਤਾਂ 3 ਦਿਸ਼ਾਵਾਂ ਆ ਗਈਆਂ, ਇੱਕ ਕੱਲੀ ਈਸਟ ਆ ਗਈ ਬੱਚੋ, ਇੱਕ ਸਾਊਥ ईस्ट आ गई बच्चों और एक साउथ आ गया। प्रॉब्लम खड़ी हुई, ਹੁਣ ਚੀਜ਼ ਨੂੰ ਸਮਝਣਾ, ਇੱਥੋਂ ਚੀਜ਼ ਕਨਸੈਪਟ ਕਲੀਅਰ ਹੋਏਗਾ। ਜਦੋਂ ਵੀ ਸਾਨੂੰ ਇੰਨਾ ਕਿਹਾ ਜਾਂਦਾ ਹੈ ਕਿ ਕਲੌਕਵਾਈਜ਼ ਘੁੰਮਣਾ, ਤਾਂ ਤੁਸੀਂ ਮਨ ਵਿੱਚ ਸੋਚ ਲਿਆ ਕਰੋ, ਜੇਕਰ ਐਂਗਲ ਨਹੀਂ ਦਿੱਤਾ ਤਾਂ ਇਹ ਸੋਚੋ ਕਿ 90 ਡਿਗਰੀ ਹੀ ਟਰਨ ਲੈਣਾ ਹੈ ਹਮੇਸ਼ਾ। ਮੈਂ ਰਿਪੀਟ ਕਰਦਾ, ਚੀਜ਼ ਨੂੰ ਸਮਝਣਾ। ਜਦੋਂ ਤੁਹਾਨੂੰ ਇਹ ਕਿਹਾ ਜਾਵੇ ਕਿ ਕਿਸੇ ਚੀਜ਼ ਦਾ ਸੱਜਾ ਪਾਸਾ ਦੱਸੋ, ਤਾਂ ਸੱਜਾ ਪਾਸਾ ਕਈ ਤਰ੍ਹਾਂ ਨਾਲ ਹੋ ਸਕਦਾ ਸੀ। ਜਿਵੇਂ ਇੱਥੇ ਆਪਾਂ ਨੇ ਦੇਖਿਆ, ਮੈਂ ਇੱਕ ਵਾਰੀ ਮਾਰਕਰ ਚੇਂਜ ਕਰਾਂ ਤਾਂ ਕਿ ਤੁਹਾਨੂੰ ਬੈਟਰ ਸਮਝ ਆ ਜਾਏ। ਜਿਵੇਂ ਆਪਾਂ ਨੇ ਇੱਥੇ ਦੇਖਿਆ ਸੀ, ਨਾਰਥ ਈਸਟ ਦਾ ਸੱਜਾ ਈਸਟ ਵੀ ਲੱਗ ਰਿਹਾ ਹੈ, ਸਾਊਥ ਈਸਟ ਵੀ ਲੱਗ ਰਿਹਾ ਹੈ ਔਰ ਸਾਊਥ ਵੀ ਲੱਗ ਰਿਹਾ ਹੈ। ਸਰ ਕਿਹੜਾ ਪੋਰਸ਼ਨ ਅਸੀਂ ਸੱਜਾ ਚੁਣੀਏ? ਤਾਂ ਪਿਆਰੇ ਬੱਚੋ, ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਨਾ ਦੱਸਿਆ ਹੋਵੇ ਕਿ ਇੰਨੇ ਐਂਗਲ ਤੋਂ ਸੱਜਾ ਪਾਸਾ ਕੀ ਹੈ, ਤਾਂ ਅਸੀਂ ਆਪਣੇ ਆਪ ਮਨ ਵਿੱਚ ਹੀ 90 ਡਿਗਰੀ ਦਾ ਐਂਗਲ ਸੋਚ ਕੇ ਚੱਲਾਂਗੇ। ਕਿਸੇ ਵੀ ਦਿਸ਼ਾ ਤੋਂ 90 ਡਿਗਰੀ ਦਾ ਸੱਜਾ ਲਵਾਂਗੇ ਅਸੀਂ। ਤਾਂ 90 ਡਿਗਰੀ ਕਿੰਨਾ ਹੋਏਗਾ ਪੁੱਤਰ? ਜੇਕਰ ਮੈਂ ਦੇਖਾਂ, ਇਸ ਨਾਰਥ ਦਾ 90 ਡਿਗਰੀ ਈਸਟ ਹੈ, ਇਸ ਨਾਰਥ ਦਾ, ਤਾਂ ਫਿਰ ਇਸ ਨਾਰਥ ਈਸਟ ਦਾ 90 ਡਿਗਰੀ ਕੀ ਹੋਏਗਾ ਬੱਚੋ? ਸਾਊਥ ਈਸਟ। ਤਾਂ ਆਹ ਚੀਜ਼ ਬਣੇਗੀ ਬੇਟਾ। ਤਾਂ ਜੇਕਰ ਮੈਂ ਹੁਣ ਤੁਹਾਨੂੰ ਪੁੱਛਾਂ ਰਾਈਟ ਆਫ ਨਾਰਥ ਈਸਟ ਕਿੰਨਾ ਹੈ, ਜਾਂ ਨਾਰਥ ਈਸਟ ਦਾ ਸੱਜਾ ਪਾਸਾ ਕਿਹੜਾ ਹੈ, ਤਾਂ ਆਂਸਰ ਇਜ਼ ਸਾਊਥ ਈਸਟ ਆ ਗਿਆ। ਉਮੀਦ ਕਰਦਾ ਇਹ ਚੀਜ਼ ਕਲੀਅਰ ਹੋਈ ਹੋਏਗੀ। ਆਓ ਆਪਾਂ ਕੁਝ ਬੇਸਿਕ ਜੇ ਕੁਐਸਚਨ ਕਰਕੇ ਇਸ ਚੀਜ਼ ਨੂੰ ਔਰ ਵਧੀਆ ਤਰੀਕੇ ਨਾਲ ਕਰ ਲੈਂਦੇ ਹਾਂ, ਫਿਰ ਆਪਾਂ ਅੱਗੇ ਕੁਐਸਚਨ ਦੇ ਵੱਲ ਵਧਾਂਗੇ। ਪਿਆਰੇ ਬੱਚੋ, ਮੈਂ ਕੁਝ ਕੁਐਸਚਨ ਲਿਖਦਾ ਹਾਂ, ਤੁਸੀਂ ਪਲੀਜ਼ ਆਪਣੀ ਕਾਪੀ ਪੈਨ ਤੇ ਕੁਐਸਚਨ ਨੂੰ ਨਾਲ-ਨਾਲ ਲਿਖੋ, ਔਰ ਕੁਝ ਕੁਐਸਚਨ ਆਪਾਂ ਲਾਈਵ ਕਰਾਂਗੇ ਔਰ ਬਾਕੀ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ। ਪਿਆਰੇ ਬੱਚੋ, ਪਹਿਲਾ ਕੁਐਸਚਨ ਮੇਰਾ ਇਹ ਹੈ, ਤੁਸੀਂ ਦੱਸਣਾ ਹੈ ਰਾਈਟ ਆਫ ਸਾਊਥ ਈਸਟ ਕੀ ਹੋਏਗਾ। ਰਾਈਟ ਆਫ ਸਾਊਥ ਈਸਟ ਕੀ ਹੋਏਗਾ? ਪਹਿਲਾ ਕੁਐਸਚਨ ਆਪਣਾ ਇਹ ਹੈ। ਪਿਆਰੇ ਬੱਚੋ, ਦੂਜਾ ਕੁਐਸਚਨ ਇਹ ਹੈ, 45 ਡਿਗਰੀ ਰਾਈਟ ਆਫ ਸਾਊਥ ਈਸਟ ਬੇਟਾ, ਰਾਈਟ ਆਫ ਸਾਊਥ ਈਸਟ ਬੇਟੇ, ਆਪਾਂ ਨੂੰ ਇਹ ਚਾਹੀਦਾ ਹੈ। ਮੈਂ ਸਾਊਥ ਵੈਸਟ ਲਿਖ ਦਿੱਤਾ, ਇਹ ਸਾਊਥ ਈਸਟ ਹੈ ਬੱਚੇ, ਸਾਊਥ ਈਸਟ ਹੈ। ਤੀਸਰਾ ਕੁਐਸਚਨ ਲਿਖੋ ਪਿਆਰੇ ਬੱਚੋ, ਮੈਨੂੰ ਲੈਫਟ ਚਾਹੀਦਾ ਹੈ। ਕਾਹਦਾ ਲੈਫਟ ਚਾਹੀਦਾ ਹੈ? ਲੈਫਟ ਆਫ ਨਾਰਥ ਵੈਸਟ ਦਾ ਬੱਚੋ, ਨਾਰਥ ਵੈਸਟ ਦਾ। ਇਸੇ ਤਰ੍ਹਾਂ ਹੀ ਤੁਸੀਂ ਚੌਥਾ ਕੁਐਸਚਨ ਲਿਖੋ ਬੱਚੇ, 45 ਡਿਗਰੀ ਲੈਫਟ ਆਫ ਨਾਰਥ ਵੈਸਟ ਚਾਹੀਦਾ ਹੈ ਪਿਆਰੇ ਬੱਚੋ। ਇਸੇ ਤਰ੍ਹਾਂ ਹੀ ਮੈਂ ਪੰਜਵਾਂ ਕੁਐਸਚਨ ਬੋਲਣਾ, ਮੈਨੂੰ ਰਾਈਟ ਚਾਹੀਦਾ ਹੈ। ਕਿਹਦਾ ਰਾਈਟ ਚਾਹੀਦਾ ਹੈ? ਰਾਈਟ ਆਫ ਨਾਰਥ ਚਾਹੀਦਾ ਹੈ, ਨਾਰਥ ਦਾ ਰਾਈਟ ਚਾਹੀਦਾ ਹੈ। ਔਰ ਇੱਕ ਲਾਸਟ ਕੁਐਸਚਨ ਛੇਵਾਂ ਬੋਲ ਦੇਣਾ ਬੱਚੋ, 45 ਡਿਗਰੀ ਰਾਈਟ ਆਫ ਨਾਰਥ ਚਾਹੀਦਾ ਹੈ, ਰਾਈਟ ਆਫ ਨਾਰਥ। ਆ ਚੀਜ਼ ਚਾਹੀਦੀ ਹੈ ਤੁਹਾਨੂੰ। ਆਓ ਬੱਚੋ, ਕੁਝ ਕੁਐਸਚਨ ਮੈਂ ਕਰਵਾਵਾਂਗਾ, ਉਸ ਚੀਜ਼ ਨੂੰ ਸਮਝਦੇ ਹਾਂ। ਆਪਾਂ ਨੇ ਇੱਥੇ ਸਭ ਤੋਂ ਪਹਿਲਾਂ ਬੇਸਿਕ ਕਨਸੈਪਟ ਦੇ ਰੂਪ ਵਿੱਚ ਆਪਾਂ ਨੇ ਡਰਾ ਕਰ ਲੈਣਾ ਹੈ। ਇਹ ਨਾਰਥ ਮੈਪ ਡਰਾ ਕਰ ਲਿਆ, ਇਹ ਆਪਣਾ ਈਸਟ ਸੀ ਬੱਚੋ, ਇਹ ਆਪਣਾ ਸਾਊਥ ਸੀ ਬੱਚੋ, ਔਰ ਇਹ ਆਪਣਾ ਵੈਸਟ ਸੀ। ਆਹ ਵਾਲੀ ਜੋ ਚੀਜ਼ ਬਣੀ ਸੀ, ਇਹ ਨਾਰਥ ਈਸਟ ਬਣੀ ਸੀ ਬੱਚੋ। ਇਹ ਵਾਲੀ ਨੂੰ ਅਸੀਂ ਸਾਊਥ ਈਸਟ ਕਿਹਾ ਸੀ, ਔਰ ਇਸ ਵਾਲੀ ਨੂੰ ਅਸੀਂ ਸਾਊਥ ਵੈਸਟ ਕਿਹਾ ਸੀ, ਔਰ ਇਸ ਵਾਲੀ ਨੂੰ ਪਿਆਰੇ ਬੱਚੋ ਅਸੀਂ ਨਾਰਥ ਵੈਸਟ ਕਿਹਾ। ਹੋਪਸੋ ਸਮਝ ਆਈਏ ਗੱਲ ਬੇਟਾ। ਮੈਂ ਹੁਣ ਪੈਨਸਲ ਜਾਂ ਮਾਰਕਰ ਚੇਂਜ ਕਰਦਾ ਔਰ ਚੀਜ਼ਾਂ ਨੂੰ ਸਮਝਦੇ ਹਾਂ, ਮਿਲ ਕੇ ਕਰਾਂਗੇ ਪਿਆਰੇ ਬੱਚੋ। ਕਹਿੰਦਾ ਰਾਈਟ ਆਫ ਨਾਰਥ ਈਸਟ, ਪਹਿਲਾ ਕੁਐਸਚਨ ਆਇਆ ਰਾਈਟ ਆਫ, ਕੋਈ ਐਂਗਲ ਦੱਸਿਆ? ਜੇ ਐਂਗਲ ਨਹੀਂ ਦੱਸਿਆ ਤਾਂ ਮਨ ਵਿੱਚ ਸੋਚ ਲਓ 90 ਡਿਗਰੀ ਦਾ ਐਂਗਲ ਟਰਨ ਕਰ। ਸਾਊਥ ਈਸਟ ਚੈੱਕ ਕਰੋ ਕਿੱਥੇ ਹੈ, ਸਾਊਥ ਈਸਟ ਆ ਰਿਹਾ, ਸਾਊਥ ਈਸਟ ਦਾ 90 ਡਿਗਰੀ ਰਾਈਟ ਬਣਨਾ ਹੈ। ਆ ਲਓ ਜੀ,
ਰਾਈਟ ਮਤਲਬ ਕਲੌਕਵਾਈਜ਼, ਹੈ ਨਾ, ਘੜੀ ਦੀ ਦਿਸ਼ਾ ਦੇ ਨਾਲ। ਤਾਂ ਆਂਸਰ ਕੀ ਆਏਗਾ ਪਿਆਰੇ ਬੱਚੋ, ਆ ਚੀਜ਼ ਬਣ ਗਈ, ਤਾਂ ਆਂਸਰ ਆ ਗਿਆ ਸਾਊਥ ਵੈਸਟ ਬੇਟਾ। ਉਮੀਦ ਕਰਦਾ ਇਹ ਚੀਜ਼ ਸਮਝ ਆਈ ਹੋਵੇਗੀ। ਫਿਰ ਕੀ ਕਹਿੰਦਾ, ਸਾਊਥ ਈਸਟ ਦਾ 45 ਡਿਗਰੀ, ਦੇਖੋ ਐਂਗਲ ਆ ਗਿਆ ਨਾ, ਔਰ ਕਿਹੜੀ ਦਿਸ਼ਾ ਵਾਲਾ, ਰਾਈਟ ਵਾਲਾ, ਤਾਂ ਰਾਈਟ ਤਾਂ ਕਲੌਕਵਾਈਜ਼ ਹੀ ਹੈ। ਅਗਰ ਆ ਦੋਨੋਂ 90 ਨੇ ਤਾਂ ਜਿਹੜੀ ਵਿਚਾਲੇ ਲਾਈਨ ਹੈ ਇਹ ਕਿੰਨੇ ਤੇ ਹੈ ਪੁੱਤਰ, ਇਹ 45 ਡਿਗਰੀ ਤੇ ਹੈ। ਤਾਂ ਆਂਸਰ ਕੀ ਆਏਗਾ ਸਾਊਥ ਈਸਟ ਦਾ, ਆਪਣੇ ਕੋਲ ਆਂਸਰ ਆ ਗਿਆ ਸਾਊਥ ਬੇਟਾ। ਸਮਝ ਆ ਰਹੀ ਗੱਲ ਬੇਟਾ, ਤਾਂ ਆਂਸਰ ਇਜ਼ ਸਾਊਥ ਬੇਟੇ। ਫਿਰ ਪੁੱਛਿਆ ਲੈਫਟ, ਖੱਬਾ, ਖੱਬਾ ਮਤਲਬ ਐਂਟੀ ਕਲੌਕਵਾਈਜ਼, ਯਾਦ ਹੈ ਨਾ, ਘੜੀ ਦੇ ਵਿਰੁੱਧ ਘੁੰਮਣਾ ਹੈ ਆਪਾਂ ਨੇ, ਖੱਬਾ ਮਤਲਬ ਐਂਟੀ ਕਲੌਕਵਾਈਜ਼। ਕਿਹਦਾ, ਨਾਰਥ ਵੈਸਟ ਦਾ। ਐਂਗਲ ਦਿੱਤਾ ਨਹੀਂ ਤਾਂ ਮਨ ਵਿੱਚ ਸੋਚ ਲਓ 90 ਡਿਗਰੀ ਦਾ ਐਂਗਲ ਹੈ ਬੱਚੇ। ਤਾਂ ਪਿਆਰੇ ਬੱਚੋ ਨਾਰਥ ਵੈਸਟ ਆ ਰਿਹਾ, ਔਰ ਖੱਬਾ ਪਾਸਾ ਐਂਟੀ ਕਲੌਕਵਾਈਜ਼ ਇਸ ਤਰ੍ਹਾਂ ਘੁੰਮਣਾ ਹੈ। ਕਿੰਨਾ ਚੱਲਣਾ ਹੈ ਆਪਾਂ ਨੇ, ਆ ਨਾਰਥ ਵੈਸਟ ਤੋਂ ਆਪਾਂ ਨਾਰਥ ਈਸਟ ਤੇ ਆ ਗਏ। ਤਾਂ ਆਂਸਰ ਕੀ ਆ ਜਾਏਗਾ ਡੀਅਰ, ਨਾਰਥ ਈਸਟ ਮੇਰਾ ਆਂਸਰ ਆ ਜਾਏਗਾ ਬੱਚੋ। ਉਮੀਦ ਕਰਨਾ ਇਹ ਸਮਝ ਆਇਆ ਹੋਏਗਾ। ਫਿਰ ਕੀ ਕਹਿੰਦਾ, 45 ਡਿਗਰੀ ਲੈਫਟ ਬੇਟੇ, ਫਿਰ ਐਂਟੀ ਕਲੌਕਵਾਈਜ਼, ਕਿਹਦਾ, ਨਾਰਥ ਵੈਸਟ ਦਾ। ਆ ਦੇਖੋ ਨਾਰਥ ਵੈਸਟ ਤੋਂ ਹੁਣੇ 90 ਕੱਢ ਕੇ ਨਾਰਥ ਈਸਟ ਤੇ ਆਏ ਸੀ, ਤਾਂ ਆ ਵਿਚਾਲੇ 45 ਰਿਹਾ ਬੇਟੇ। ਅਗਰ ਇਹ 45 ਹੈ ਤਾਂ ਆ ਕੀ ਆ ਗਿਆ ਮੇਰੇ ਕੋਲ, ਨਾਰਥ ਮੇਰਾ ਆਂਸਰ ਆ ਗਿਆ। ਹੋਪ ਸੋ ਸਮਝ ਆਇਆ ਹੋਏਗਾ। ਪਿਆਰੇ ਬੱਚੋ ਅਗਲੇ ਦੋ ਕੁਐਸਚਨ ਮੈਂ ਤੁਹਾਡੇ ਲਈ ਛੱਡੇ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਇਹਨਾਂ ਦੋਨੋਂ ਕੁਐਸਚਨ ਦਾ ਆਂਸਰ ਦੱਸੋਗੇ, ਤਾਂ ਕਿ ਮੈਨੂੰ ਸਮਝ ਆਏ ਕਿ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਇਆ ਜਾਂ ਨਹੀਂ ਹੋਇਆ। ਇਹਨਾਂ ਦੋਨਾਂ ਦਾ ਪਿਆਰੇ ਬੱਚੋ ਤੁਸੀਂ ਆਂਸਰ ਦੇਣਾ ਹੈ। ਉਮੀਦ ਕਰਦਾ ਤੁਸੀਂ ਇਸ ਕੁਐਸਚਨ ਨੂੰ ਸਮਝ ਗਏ ਹੋਵੋਗੇ, ਇਸ ਕਨਸੈਪਟ ਨੂੰ ਸਮਝ ਗਏ ਹੋਵੋਗੇ। ਤਾਂ ਆਓ ਆਪਾਂ ਇੱਕ ਅਗਲਾ ਕੁਐਸਚਨ ਲੈਂਦੇ ਹਾਂ ਔਰ ਕੁਐਸਚਨ ਨੂੰ ਸਮਝਦੇ ਹਾਂ। ਇਹ ਦੋਨੋਂ ਕੁਐਸਚਨ ਦੇ ਆਂਸਰ ਤੁਸੀਂ ਬੇਟਾ ਜੀ ਕਮੈਂਟ ਸੈਕਸ਼ਨ 'ਚ ਦਿਓਗੇ, ਮੈਂ ਸਭ ਦੇ ਕਮੈਂਟ ਪੜਾਂਗਾ ਔਰ ਰਿਪਲਾਈ ਵੀ ਕਰਾਂਗਾ ਪਿਆਰੇ ਬੱਚੋ। ਆਓ ਬੇਟੇ ਅਗਲੇ ਕੁਐਸਚਨ ਤੇ ਚੱਲਦੇ ਹਾਂ। ਹੁਣ ਆਪਾਂ ਟਾਈਪ ਸ਼ੁਰੂ ਕਰਦੇ ਹਾਂ ਕੁਐਸਚਨ ਦਾ ਐਗਜ਼ੈਕਟ। ਹੁਣ ਤੱਕ ਜੋ ਵੀ ਕਰਵਾਇਆ ਪਿਆਰੇ ਬੱਚੋ, ਮੈਂ ਬੇਸਿਕ ਕਰਵਾਇਆ ਸੀ। ਬੇਸਿਕ ਮਤਲਬ ਮੇਨ ਕਨਸੈਪਟ, ਆਖਰ ਡਿਸਟੈਂਸ ਡਾਇਰੈਕਸ਼ਨ 'ਚ ਯੂਜ਼ ਕੀ ਹੁੰਦਾ ਹੈ। ਆਓ ਹੁਣ ਪਹਿਲਾ ਕੁਐਸਚਨ ਲੈਂਦੇ ਹਾਂ, ਕੁਐਸਚਨ ਨੂੰ ਸਮਝਦੇ ਹਾਂ ਬੱਚੋ। ਮੈਂ ਕੁਐਸਚਨ ਟਾਈਪ ਨਹੀਂ ਕੀਤਾ, ਬਟ ਮੈਂ ਬੋਲਾਂਗਾ, ਤੁਸੀਂ ਨਾਲ ਲਿਖਿਓ ਔਰ ਮੈਂ ਕੁਝ ਹੈਲਪ ਕਰਾਂਗਾ, ਠੀਕ ਹੈ ਜੀ। ਕਹਿੰਦਾ ਇੱਕ ਪਰਸਨ ਹੈ, ਇੱਕ ਪਰਸਨ ਜੋ ਹੈ ਉਹ ਨਾਰਥ ਵੱਲ ਜਾਂਦਾ ਹੈ, ਉੱਤਰ ਦਿਸ਼ਾ ਵੱਲ ਜਾਂਦਾ ਹੈ ਬੱਚੇ, ਔਰ 100 मीटर मूव करता है बेटा, समझ रहे हो। एक आदमी नॉर्थ ਵੱਲ ਜਾਂਦਾ ਹੈ, ਕਿੰਨਾ मूव करता है, 100 मीटर ਜਾਂਦਾ ਹੈ। ਉਸ ਤੋਂ ਬਾਅਦ ਕੀ ਕਰਦਾ ਹੈ, then he turns, ਉਸ ਤੋਂ ਬਾਅਦ ਕੀ ਕਰਦਾ, ਚਲੋ ਪੰਜਾਬੀ ਲਿਖ ਲਓ, ਉਹ ਸੱਜੇ ਹੱਥ ਮੁੜਦਾ ਹੈ, ਉਹ ਸੱਜੇ ਹੱਥ ਮੁੜਦਾ ਹੈ ਬੇਟਾ, ਉਹ ਜੋ ਹੈ ਉਹ ਸੱਜੇ ਹੱਥ ਮੁੜਦਾ ਹੈ। ਇੱਕ ਪਰਸਨ 100 ਮੀਟਰ ਤਾਂ ਨਾਰਥ ਵੱਲ ਜਾਂਦਾ ਹੈ, ਫਿਰ ਉਹ ਸੱਜੇ ਹੱਥ ਮੁੜਦਾ ਹੈ ਤੇ 50 ਮੀਟਰ ਜਾਂਦਾ ਹੈ, ਠੀਕ ਹੈ ਬੱਚੋ, 50 ਮੀਟਰ ਜਾਂਦਾ ਸੱਜੇ ਹੱਥ ਮੁੜ ਕੇ। ਫਿਰ ਉਹ ਕੀ ਕਰਦਾ ਹੈ, ਫਿਰ ਸੱਜੇ ਮੁੜਦਾ ਹੈ, ਫਿਰ ਉਹ ਬੇਟਾ ਸੱਜੇ ਮੁੜਦਾ ਹੈ। ਜਿਵੇਂ ਹੀ ਉਹ ਰਾਈਟ ਟਰਨ ਲੈਂਦਾ ਹੈ ਬੱਚੋ, ਤਾਂ ਹੁਣ ਉਹ ਕਿੰਨਾ ਚੱਲਦਾ ਹੈ, ਹੁਣ ਉਹ ਚੱਲਦਾ ਹੈ 100 ਮੀਟਰ ਬੇਟਾ। ਹੋਪ ਸੋ ਸਮਝ ਆ ਰਹੀ ਹੋਏਗੀ ਗੱਲ। ਔਰ ਇੱਕ ਫਾਈਨਲੀ ਫਿਰ ਅੰਤ ਵਿੱਚ ਇੱਕ ਔਰ ਟਰਨ ਲੈਂਦਾ ਹੈ ਅੰਤ ਵਿੱਚ ਬੇਟਾ, ਔਰ ਉਹ ਕਿਹੜੀ ਸਾਈਡ ਦਾ, ਉਹ ਲੈਂਦਾ ਹੈ ਹੁਣ ਲੈਫਟ ਸਾਈਡ ਦਾ ਬੇਟੇ। ਲੈਫਟ ਸਾਈਡ ਦਾ ਟਰਨ ਲੈ ਕੇ ਉਹ ਕਿੰਨਾ ਜਾਂਦਾ ਹੈ ਬੱਚੇ, 20 ਮੀਟਰ ਜਾਂਦਾ ਹੈ। ਕਿੰਨਾ ਜਾਂਦਾ ਹੈ ਬੱਚੇ, 20 ਮੀਟਰ ਜਾਂਦਾ ਹੈ। ਪੁੱਛਿਆ ਗਿਆ ਹੈ ਕਿ ਉਹ ਹੁਣ ਕਿਹੜੀ ਦਿਸ਼ਾ ਵੱਲ ਮੂਵ ਕਰ ਰਿਹਾ ਹੈ, ਉਹ ਹੁਣ ਕਿਹੜੀ ਦਿਸ਼ਾ ਵੱਲ ਮੂਵ ਕਰ ਰਿਹਾ ਹੈ। ਆਰਾਮ ਨਾਲ ਕੁਐਸਚਨ ਨੂੰ ਸਮਝੋ, ਉਹ ਹੁਣ ਕਿਹੜੀ ਦਿਸ਼ਾ ਵੱਲ ਮੂਵ ਕਰ ਰਿਹਾ, ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਆ ਚੀਜ਼ ਆਪਾਂ ਨੇ ਦੇਖਣੀ ਹੈ ਬੱਚੇ, ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ। ਮੈਂ ਰਿਪੀਟ ਕਰ ਦੇਣਾ ਕੁਐਸਚਨ, ਆਰਾਮ ਨਾਲ ਦੇਖਣਾ। ਇੱਕ ਆਦਮੀ 100 ਮੀਟਰ ਤਾਂ ਨਾਰਥ ਨੂੰ ਗਿਆ, ਫਿਰ ਉਹ ਸੱਜੇ ਮੁੜਿਆ ਤੇ 50 ਮੀਟਰ ਗਿਆ, ਫਿਰ ਉਹ ਸੱਜੇ ਮੁੜਿਆ, ਫਿਰ 100 ਮੀਟਰ ਗਿਆ, ਫਿਰ ਇੱਕ ਹੋਰ ਖੱਬਾ ਮੁੜਦਾ ਹੈ, ਖੱਬੇ ਪਾਸੇ ਨੂੰ ਮੁੜਦਾ ਹੈ। ਤਾਂ ਉਹ ਹੁਣ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਆਪਾਂ ਨੇ ਉਹਦਾ ਫੇਸ ਹੀ ਦੱਸਣਾ ਹੈ ਕਿ ਉਹ ਕਿੱਧਰ ਨੂੰ ਜਾ ਰਿਹਾ, ਬਸ ਆਹੀ ਚੀਜ਼ ਦੱਸਣੀ ਹੈ। ਉਮੀਦ ਕਰਦਾ ਤੁਸੀਂ ਇਹ ਕੁਐਸਚਨ ਨੂੰ ਦੇਖ ਲਿਆ ਹੋਏਗਾ, ਉਤਾਰ ਲਿਆ ਹੋਏਗਾ। ਆਓ ਬੱਚੋ ਆਪਾਂ ਦੇਖ ਕੇ ਕਰਦੇ ਹਾਂ। ਨਾਰਥ ਨੂੰ ਜਾਂਦਾ ਹੈ ਤਾਂ ਮੈਨੂੰ ਇੰਨਾ ਜ਼ਿਆਦਾ ਨਾਰਥ ਹੁੰਦਾ ਹੈ ਉੱਪਰ ਨੂੰ ਪਿਆਰੇ ਬੱਚੋ। ਆ ਲੋ ਜੀ, ਇੱਕ ਬੰਦਾ ਨਾਰਥ ਨੂੰ ਗਿਆ, ਕਿੰਨਾ ਗਿਆ, 100 ਮੀਟਰ ਗਿਆ, ਮੈਂ ਲਿਖ ਦਿੱਤਾ ਬੱਚੋ। ਜਿਵੇਂ ਹੀ ਉਹ ਨਾਰਥ ਨੂੰ ਗਿਆ 100 ਮੀਟਰ ਗਿਆ,
ਫਿਰ ਉਹਨੇ ਕੀ ਕੀਤਾ, ਸੱਜੇ ਹੱਥ ਮੁੜਿਆ। ਸੱਜਾ ਯਾਦ ਹੈ ਨਾ ਆਪਾਂ ਨੂੰ, ਸੱਜਾ ਹੁੰਦਾ ਹੈ ਕਲੌਕਵਾਈਜ਼, ਘੜੀ ਐ ਚੱਲਦੀ ਹੈ, ਆ ਲੋ ਜੀ ਸੱਜੇ ਹੱਥ ਮੁੜ ਗਿਆ। ਕਿੰਨਾ ਗਿਆ ਪਿਆਰੇ ਬੱਚੋ, 50 ਮੀਟਰ ਗਿਆ। ਸਮਝ ਆ ਰਹੀ ਗੱਲ ਬੇਟਾ। ਫਿਰ ਉਹ ਕੀ ਕਰਦਾ, ਸੱਜੇ ਮੁੜਦਾ ਹੈ। ਸੱਜੇ ਦਾ ਮਤਲਬ ਫਿਰ ਕਲੌਕਵਾਈਜ਼ ਆਹੀ ਚੀਜ਼ ਆਏਗੀ, ਸੱਜੇ ਦਾ ਮਤਲਬ ਤਾਂ ਨੀਚੇ ਨੂੰ ਆ ਗਿਆ। ਕਿੰਨਾ ਗਿਆ ਬੱਚੋ, 100 ਮੀਟਰ। ਜਿੱਥੋਂ ਚੱਲਿਆ ਸੀ ਓਨਾ ਹੀ ਥੱਲੇ ਆ ਗਿਆ, 100 ਮੀਟਰ ਬੇਟਾ। ਆ ਰਹੀ ਗੱਲ ਸਮਝ ਬੇਟੇ। ਔਰ ਫਿਰ ਕੀ ਕੀਤਾ ਉਸਨੇ, ਅੰਤ ਵਿੱਚ ਉਹ ਇੱਕ ਖੱਬਾ ਮੁੜਦਾ ਹੈ। ਹੁਣ ਜੇਕਰ ਉਹਨੇ ਖੱਬਾ ਮੁੜਨਾ ਹੈ, ਉਹਦਾ ਫੇਸ ਸਾਊਥ ਵੱਲ ਹੈ, ਖੱਬਾ ਮਤਲਬ ਐਂਟੀ ਕਲੌਕਵਾਈਜ਼, ਐ ਨੂੰ ਹੋ ਗਿਆ ਬੇਟੇ। ਸਮਝ ਆ ਰਹੀ ਗੱਲ ਬੇਟਾ। ਔਰ ਕਿੰਨਾ ਗਿਆ, 20 ਮੀਟਰ ਗਿਆ। ਪੁੱਛਿਆ ਗਿਆ ਉਹ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਚੈੱਕ ਕਰੋ ਆ ਕਿਹੜੀ ਦਿਸ਼ਾ ਹੈ। ਅਗਰ ਇਹ ਦਿਸ਼ਾ ਪਤਾ ਹੈ ਆਪਾਂ ਨੂੰ ਤਾਂ ਆਂਸਰ ਇਜ਼ ਮਾਈ ਈਸਟ ਆ ਗਿਆ। ਹੋਪ ਸੋ ਸਮਝ ਆਈ ਹੋਏਗੀ ਗੱਲ ਬੇਟਾ, ਕਲੀਅਰ ਹੋਈ ਗੱਲ ਬੇਟਾ। ਪਰ ਪਿਆਰੇ ਬੱਚੋ, ਐਕਚੁਅਲ ਦੇ ਵਿੱਚ ਇੰਨਾ ਲੰਮਾ ਆਪਾਂ ਨੂੰ ਕੁਐਸਚਨ ਕਰਨ ਦੀ ਲੋੜ ਨਹੀਂ ਹੈ, ਇਹ ਤਾਂ ਸੀ ਕਨਸੈਪਟ। ਹੁਣ ਆਪਾਂ ਇਸ ਦਾ ਸ਼ਾਰਟਕਟ ਸਿੱਖਾਂਗੇ ਕਿ ਇਸ ਨੂੰ ਸ਼ਾਰਟਕਟ ਰਾਹੀਂ ਅਸੀਂ ਕਿਵੇਂ ਕਰ ਸਕਦੇ ਹਾਂ। ਇਹ ਸੀ ਕਨਸੈਪਟ। ਪਹਿਲਾਂ ਨਾਰਥ ਗਿਆ, ਫਿਰ 50 ਮੀਟਰ ਇੱਧਰ ਮੁੜਿਆ, ਫਿਰ ਪਿਆਰੇ ਬੱਚੋ ਸੱਜੇ ਮੁੜਿਆ 100 ਮੀਟਰ ਥੱਲੇ, ਫਿਰ ਖੱਬੇ ਮੁੜਿਆ 20 ਮੀਟਰ ਬੇਟਾ। ਤਾਂ ਉਹਦੀ ਦਿਸ਼ਾ ਦੱਸੋ ਕਿੱਧਰ ਨੂੰ ਮੂਵ ਕਰ ਰਿਹਾ ਹੈ, ਤਾਂ ਆਂਸਰ ਇਜ਼ ਈਸਟ ਆ ਗਿਆ। ਆਓ ਹੁਣ ਇਸ ਚੀਜ਼ ਨੂੰ ਆਪਾਂ ਹੁਣ ਐਕਚੁਅਲ ਦੇ ਵਿੱਚ ਸ਼ਾਰਟਕਟ ਰਾਹੀਂ ਕਰਦੇ ਹਾਂ। ਤਾਂ ਮੈਂ ਇਸ ਨੂੰ ਨਵੀਂ ਸਲਾਈਡ ਤੇ ਕਰਵਾਉਣਾ ਚਾਹਾਂਗਾ। ਤੁਹਾਨੂੰ ਯਾਦ ਹੋਵੇ ਉਸਨੇ ਕੀਤਾ ਕੀ ਹੈ। ਉਸਨੇ ਕੀਤਾ ਇਹ ਹੈ, ਇੱਕ ਵਾਰ ਤਾਂ ਉਹ ਨਾਰਥ ਗਿਆ ਸੀ, ਇੱਕ ਰਾਈਟ ਟਰਨ ਲਿਆ ਸੀ, ਫਿਰ ਇੱਕ ਰਾਈਟ ਟਰਨ ਲਿਆ ਸੀ, ਫਿਰ ਇੱਕ ਲੈਫਟ ਟਰਨ ਲਿਆ ਸੀ। ਹੁਣ ਆਪਾਂ ਨੇ ਦਿਸ਼ਾ ਦੱਸਣੀ ਸੀ। ਤਾਂ 2 ਰਾਈਟ ਲਏ ਸੀ ਉਸਨੇ ਪਿਆਰੇ ਬੱਚੋ, ਇੱਕ ਲੈਫਟ ਲਿਆ ਸੀ ਔਰ ਸ਼ੁਰੂਆਤ ਕੀਤੀ ਸੀ ਨਾਰਥ ਤੋਂ। ਆਓ ਬੱਚੋ ਨਵੀਂ ਸਲਾਈਡ ਤੇ ਇਸ ਚੀਜ਼ ਨੂੰ ਦੇਖਦੇ ਹਾਂ। ਆਪਾਂ ਨੇ ਇੱਕ ਚੀਜ਼ ਦੇਖੀ ਕਿ ਉਸਨੇ ਕੀਤਾ ਕਿ ਉਸਨੇ ਇਹ ਕੰਮ ਕੀਤਾ ਪਿਆਰੇ ਬੱਚੋ ਕਿ ਉਹ ਸਭ ਤੋਂ ਪਹਿਲਾਂ ਤਾਂ ਨਾਰਥ ਗਿਆ, ਹਨਾ। ਸਭ ਤੋਂ ਪਹਿਲਾਂ ਕੁਐਸਚਨ ਦੀ ਪਿਛਲੀ ਸਲਾਈਡ ਤੇ ਤੁਸੀਂ ਦੇਖ ਲੈਣਾ ਜਾ ਕੇ, ਚਾਹੇ ਨਾਰਥ ਗਿਆ। ਉਸ ਤੋਂ ਬਾਅਦ ਇੱਕ ਰਾਈਟ ਲੈਂਦਾ, ਫਿਰ ਇੱਕ ਰਾਈਟ ਲੈਂਦਾ, ਫਿਰ ਇੱਕ ਲੈਫਟ ਲੈਂਦਾ। ਦੱਸੋ ਜੀ ਉਹ ਕਿਹੜੀ ਦਿਸ਼ਾ ਵੱਲ ਗਿਆ, ਇਹ ਚੀਜ਼ ਦੱਸਣੀ ਸੀ ਪਿਆਰੇ ਬੱਚੋ। ਹੁਣ ਕਨਸੈਪਟ ਨੂੰ ਸਮਝਣਾ, ਜਿੰਨੇ ਵੀ ਰਾਈਟ ਲੈਫਟ ਮਿਲ ਜਾਣ ਨਾ ਪਿਆਰੇ ਬੱਚੋ, ਤੁਹਾਨੂੰ ਜਿੰਨੇ ਵੀ ਰਾਈਟ ਅਤੇ ਲੈਫਟ ਦੇ ਜੋੜੇ ਮਿਲ ਜਾਣ, ਰਾਈਟ ਤੇ ਲੈਫਟ ਦੇ, ਉਹਨਾਂ ਨੂੰ ਆਪਸ ਵਿੱਚ ਕੱਟਦੇ ਜਾਇਓ। ਮੇਰੀ ਗੱਲ ਨੂੰ ਵਾਪਸ ਸੁਣੋ ਬੜੇ ਧਿਆਨ ਦੇ ਨਾਲ। ਜਿੰਨੇ ਵੀ ਸਾਨੂੰ ਰਾਈਟ ਤੇ ਲੈਫਟ ਦੇ ਜੋੜੇ ਮਿਲਣਗੇ, ਉਹਨਾਂ ਨੂੰ ਪਿਆਰੇ ਬੱਚੋ ਤੁਸੀਂ ਆਪਸ ਵਿੱਚ ਕੱਟਦੇ ਜਾਓ। ਫਿਰ ਆਪਾਂ ਅਗਲੇ ਕੁਐਸਚਨ ਨੂੰ ਦੇਖਦੇ ਹਾਂ। ਦੇਖੋ ਆਹ ਲੈਫਟ ਹੈ, ਆਹ ਰਾਈਟ ਹੈ, ਇਹਨਾਂ ਦੋਨਾਂ ਨੂੰ ਮੈਂ ਕੱਟ ਦਿੱਤਾ। ਠੀਕ ਹੈ ਜੀ, ਰਾਈਟ ਤੇ ਲੈਫਟ ਆਪਸ ਵਿੱਚ ਕੱਟੇ ਗਏ ਬੇਟਾ। ਜਿਵੇਂ ਹੀ ਰਾਈਟ ਤੇ ਲੈਫਟ ਆਪਸ ਵਿੱਚ ਕੱਟੇ ਗਏ ਤੇ ਮੇਰੇ ਕੋਲ ਬਚਿਆ ਕੀ, ਨਾਰਥ ਤੇ ਰਾਈਟ। ਨਾਰਥ ਤੇ ਰਾਈਟ, ਇਹਦਾ ਮਤਲਬ ਕੀ ਹੋਇਆ, ਨਾਰਥ ਦਾ ਰਾਈਟ ਕੀ ਹੋਵੇਗਾ, ਰਾਈਟ ਮਤਲਬ ਕਲੌਕਵਾਈਜ਼, ਨਾਰਥ ਦਾ ਰਾਈਟ ਆ ਚੀਜ਼ ਹੋਗੀ। ਤਾਂ ਆਂਸਰ ਕੀ ਆਇਆ ਪਿਆਰੇ ਬੱਚੋ, ਆਂਸਰ ਆ ਗਿਆ ਈਸਟ। ਆ ਲੋ ਜੀ, ਮੇਰਾ ਆਂਸਰ ਬਣ ਗਿਆ ਜੀ ਈਸਟ ਦੇ। ਹੋਪ ਸੋ ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ। ਇੱਕ ਵਾਰ ਫਿਰ ਰਿਪੀਟ ਕਰਦਾ, ਚੀਜ਼ ਨੂੰ ਸਮਝਿਓ, ਬੜੇ ਆਰਾਮ ਨਾਲ ਚੀਜ਼ ਨੂੰ ਸਿੱਖੋ। ਜਿੰਨੇ ਵੀ ਤੁਹਾਨੂੰ ਰਾਈਟ ਤੇ ਲੈਫਟ ਮਿਲਣ ਬੇਟਾ, ਜੋੜੇ ਮਿਲਣ, ਇਹਨਾਂ ਦੋਨਾਂ ਨੂੰ ਕੱਟ ਦੋ ਬੇਟੇ। ਕੱਟਣ ਤੋਂ ਬਾਅਦ ਜੋ ਵੀ ਬਚੇਗਾ, ਜੋ ਵੀ ਬਚੇਗਾ ਉਸ ਦਿਸ਼ਾ ਤੋਂ ਮੂਵ ਕਰ ਦੋ। ਇਹ ਰਾਈਟ ਬਚਿਆ ਸੀ, ਨਾਰਥ ਵੱਲ ਤਾਂ ਬੰਦਾ ਜਾ ਹੀ ਰਿਹਾ ਸੀ, ਬਸ ਨਾਰਥ ਦਾ ਰਾਈਟ ਦੇਖੋ। ਔਰ ਤੁਹਾਨੂੰ ਯਾਦ ਹੈ, ਜੋ ਬੰਦਾ ਨਾਰਥ ਵੱਲ ਜਾ ਰਿਹਾ ਹੈ, ਉਹਦਾ ਰਾਈਟ ਸਾਡਾ ਰਾਈਟ ਹੋਏਗਾ ਔਰ ਉਹਦਾ ਲੈਫਟ ਸਾਡਾ ਲੈਫਟ ਹੋਏਗਾ। ਤਾਂ ਸਾਡਾ ਰਾਈਟ ਕਿਹੜੀ ਦਿਸ਼ਾ ਨੂੰ ਗਿਆ ਪਿਆਰੇ ਬੱਚੋ, ਇਹ ਦਿਸ਼ਾ ਆਪਾਂ ਨੂੰ ਆਉਂਦੀ ਹੈ, ਤਾਂ ਆਂਸਰ ਇਜ਼ ਈਸਟ ਆ ਗਿਆ। ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ। ਕਲੀਅਰ ਹੋਈ ਗੱਲ ਬੇਟਾ। ਆਓ ਪਿਆਰੇ ਬੱਚੋ, ਹੁਣ ਮੈਂ ਅਗਲੇ ਕੁਐਸਚਨ ਦੇ ਵਿੱਚ ਇੰਨੀ ਲੰਮੀ ਸਟੇਟਮੈਂਟ ਨਹੀਂ ਲਿਖਦਾ। ਹੁਣ ਆਪਾਂ ਇਸ ਦੀ ਪ੍ਰੈਕਟਿਸ ਕਰਦੇ ਹਾਂ, ਇਸੇ ਮੈਥਡ ਦੀ, ਇਸ ਸ਼ਾਰਟਕਟ ਦੀ, ਔਰ ਇਸ ਦੇ ਹਿਸਾਬ ਨਾਲ ਹੀ ਅੱਗੇ ਆਪਾਂ ਕੁਐਸਚਨ ਨੂੰ ਸੋਲਵ ਕਰਾਂਗੇ। ਮੈਂ ਕਿਹਾ ਇੱਕ ਪਰਸਨ ਸਾਊਥ ਵੱਲ ਜਾਂਦਾ ਹੈ ਪਿਆਰੇ ਬੱਚੋ, ਇੱਕ ਪਰਸਨ ਕਿੱਧਰ ਜਾਂਦਾ ਹੈ, ਸਾਊਥ ਵੱਲ ਜਾਂਦਾ ਹੈ। ਫਿਰ ਉਹ ਰਾਈਟ ਮੁੜਦਾ ਹੈ, ਫਿਰ ਉਹ ਲੈਫਟ ਮੁੜਦਾ ਹੈ, ਫਿਰ ਉਹ ਲੈਫਟ ਮੁੜਦਾ ਹੈ, ਫਿਰ ਉਹ ਰਾਈਟ ਮੁੜਦਾ ਹੈ। ਦੱਸੋ ਉਹ ਹੁਣ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ। ਮੇਰੀ ਗੱਲ ਨੂੰ ਸਮਝਣਾ, ਇੱਕ ਬੰਦਾ ਸਾਊਥ ਵੱਲ ਜਾ ਰਿਹਾ ਹੈ, ਫਿਰ ਸੱਜੇ ਮੁੜਦਾ ਹੈ, ਫਿਰ 2 ਵਾਰ ਖੱਬੇ ਮੁੜਦਾ ਹੈ, ਫਿਰ ਇੱਕ ਵਾਰ ਸੱਜੇ ਮੁੜਦਾ ਹੈ। ਦੱਸੋ ਉਹ ਹੁਣ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ। ਤਾਂ ਪਿਆਰੇ ਬੱਚੋ, ਜਿਹੜੇ ਜਿਹੜੇ ਰਾਈਟ ਤੇ ਲੈਫਟ ਮਿਲ ਰਹੇ ਨੇ ਉਹਨਾਂ ਨੂੰ ਕੱਟ ਦੋ ਬੇਟਾ। ਇੱਕ ਰਾਈਟ ਦੇ ਨਾਲ ਇਹ ਲੈਫਟ ਗਿਆ, ਇੱਕ ਰਾਈਟ ਦੇ ਨਾਲ ਇਹ ਲੈਫਟ ਗਿਆ, ਤਾਂ ਬਚਿਆ ਕੀ, ਸਾਊਥ। ਇਟ ਮੀਨਸ ਹੁਣ ਉਹ ਕਿੱਧਰ ਨੂੰ ਜਾ ਰਿਹਾ ਹੈ, ਜਾ ਰਿਹਾ ਹੈ ਜੀ ਸਾਊਥ ਦਿਸ਼ਾ ਵੱਲ। ਇਜ਼ ਮਾਈ ਆਂਸਰ।
होप सो ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ। ਆਓ ਇੱਕ ਦੋ ਕੁਐਸਚਨ और ਕਰਦੇ ਹਾਂ। ਕਨਫਿਊਜ਼ਨ ਬਹੁਤ ਸਾਰੀਆਂ ਬੱਚਿਆਂ ਦੇ ਮਨ ਚ ਹੋਣਗੀਆਂ ਕਿ ਸਰ ਇਸ ਤਰ੍ਹਾਂ ਆ ਜੇ ਤਾਂ ਕਿਵੇਂ ਕਰਾਂਗੇ। ਡੋਂਟ ਵਰੀ, ਹਰ ਕੁਐਸਚਨ ਨੂੰ ਕਰਾਵਾਂਗਾ, ਕਿਸੇ ਤਰ੍ਹਾਂ ਦੀ ਤੁਸੀਂ ਟੈਨਸ਼ਨ ਨਾ ਲਓ ਪਿਆਰੇ ਬੱਚੋ। आओ जी अगला क्वेश्चन देखते हैं, क्वेश्चन ਨੂੰ ਸਮਝਦੇ ਹਾਂ, ਉਹਦੀ ਬਰੀਕੀ ਨੂੰ ਦੇਖਦੇ ਹਾਂ, ਆਖਰ ਕੀ ਕਿਹਾ ਗਿਆ ਹੈ, ਉਸ ਵੇ ਦੇ ਨਾਲ ਆਪਾਂ ਅਗਲੇ ਕੁਐਸਚਨ ਨੂੰ ਸੋਲਵ ਕਰਦੇ ਹਾਂ। ਕਹਿੰਦਾ ਜੀ ਇੱਕ ਪਰਸਨ ਜਾ ਰਿਹਾ ਸੀ ਨਾਰਥ ਈਸਟ, ਸੁਣਨਾ ਬੜੀ ਧਿਆਨ ਦੇ ਨਾਲ, ਨਾਰਥ ਈਸਟ ਵੱਲ ਜਾ ਰਿਹਾ ਸੀ, ਫਿਰ ਉਸਨੇ ਸੱਜਾ ਟਰਨ ਲਿਆ, ਫਿਰ ਉਸਨੇ ਖੱਬਾ ਟਰਨ ਲਿਆ, फिर उसने खब्बा टर्न लिया, फिर उसने सज्जा टर्न लिया और फिर उसने खब्बा टर्न लिया। मैं जानबूझ के लेंथी क्वेश्चन कर रहा कि ਤੁਹਾਡੇ ਮਨ ਚ ਡਾਊਟ ਨਾ ਰਵੇ ਸਰ ਐ ਆ ਗਿਆ ਤਾਂ ਕਿਵੇਂ ਕਰਾਂਗੇ। ਡੋਂਟ ਵਰੀ, ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਲਓ। ਦੇਖੋ ਮੇਰੀ ਗੱਲ ਨੂੰ ਸੁਣੋ, ਇੱਕ ਆਦਮੀ ਪਹਿਲਾਂ ਨਾਰਥ ਈਸਟ ਜਾ ਰਿਹਾ ਸੀ, ਫਿਰ ਉਸਨੇ ਸੱਜਾ ਟਰਨ ਲਿਆ, ਫਿਰ ਦੋ ਖੱਬੇ ਟਰਨ ਲਏ, ਫਿਰ ਇੱਕ ਸੱਜਾ ਲਿਆ, ਫਿਰ ਇੱਕ ਖੱਬਾ ਲਿਆ। ਦੱਸੋ ਹੁਣ ਕਿਹੜੀ ਦਿਸ਼ਾ ਵੱਲ ਉਹ ਜਾ ਰਿਹਾ ਹੈ। ਇਹ ਕੁਐਸਚਨ ਪੁੱਛਿਆ ਗਿਆ ਹੈ ਮੇਰੇ ਤੋਂ। ਪਿਆਰੇ ਬੱਚੋ ਰਾਈਟ ਲੈਫਟ ਜਿੰਨੇ ਮਿਲਣ ਕੱਟ ਦੋ, ਆ ਰਾਈਟ ਇਹਦੇ ਨਾਲ ਗਿਆ, ਆ ਲੈਫਟ ਇਹਦੇ ਨਾਲ ਗਿਆ ਬੱਚੋ, ਤਾਂ ਮੇਰੇ ਕੋਲ ਕੀ ਬਚਿਆ, ਇੱਕ ਲੈਫਟ ਬਚਿਆ। ਨਾਰਥ ਈਸਟ ਦਾ ਲੈਫਟ ਆਪਾਂ ਨੇ ਦੱਸਣਾ ਹੈ, ਨਾਰਥ ਈਸਟ ਦਾ ਲੈਫਟ। ਮੈਂ ਤੁਹਾਡੇ ਸਾਹਮਣੇ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਮੈਂ ਫਿਰ ਵੀ ਡਰਾ ਕਰ ਰਿਹਾ ਇੱਕ ਚੀਜ਼ ਬੱਚੋ, ਤੁਸੀਂ ਆ ਲਓ ਜੀ ਇਸ ਚੀਜ਼ ਨੂੰ ਸਮਝੋ। ਆ ਰਿਹਾ ਪਿਆਰੇ ਬੱਚੋ ਨਾਰਥ ਈਸਟ ਹੈ ਨਾ, ਔਰ ਤੁਹਾਨੂੰ ਇੰਨਾ ਯਾਦ ਹੈ ਕਿ ਨਾਰਥ ਈਸਟ ਤਾਂ ਜਦੋਂ ਵੀ ਅਸੀਂ ਲੈਫਟ ਮੁੜਨਾ ਤਾਂ ਕਿਹੜੀ ਦਿਸ਼ਾ ਵੱਲ ਮੁੜਨਾ ਹੈ, ਜਦੋਂ ਵੀ ਅਸੀਂ ਲੈਫਟ ਮੁੜਨਾ ਤਾਂ ਐਂਟੀ ਕਲੌਕ। ਕੁਛ ਯਾਦ ਆਇਆ, ਐਂਟੀ ਕਲੌਕ ਮੁੜਨਾ ਤਾਂ ਕਲੌਕਵਾਈਜ਼ ਤਾਂ ਆ ਚੀਜ਼ ਹੁੰਦੀ ਹੈ, ਐਂਟੀ ਕਲੌਕ ਆ ਹੋ ਗਿਆ। ਐਂਟੀ ਕਲੌਕ ਹੁਣ ਨਾਰਥ ਵੀ ਹੋ ਸਕਦਾ ਹੈ, ਆਨਸਰ ਨਾਰਥ ਵੈਸਟ ਵੀ ਔਰ ਵੈਸਟ ਵੀ। ਫਿਰ ਤੁਹਾਨੂੰ ਯਾਦ ਹੈ ਜਦੋਂ ਐਂਗਲ ਨਾ ਦਿੱਤਾ ਹੋਵੇ, ਜੋ ਆਪਾਂ ਨੇ ਗੱਲ ਕੀਤੀ ਸੀ, ਤਾਂ ਅਸੀਂ ਹਮੇਸ਼ਾ ਕਿੰਨੇ ਡਿਗਰੀ ਮੰਨਾਂਗੇ, 90 ਡਿਗਰੀ ਮੰਨਾਂਗੇ ਬੇਟਾ। अगर एंगल नहीं दिता तो 90 डिग्री मूव करना है। आ रहा नॉर्थ ईस्ट का खब्बा बच्चों आ रहा बेटे, आंसर इज नॉर्थ वेस्ट, मेरा आंसर आ जाएगा। उम्मीद करता ਤੁਹਾਨੂੰ ਇਹ क्वेश्चन समझ आया होगा बच्चों। आओ बेटा एक दो क्वेश्चन और करते हैं, इस कंसैप्ट ਨੂੰ थोड़ा और पक्का करते हैं, आखिर और ਆਪਾਂ बेटर की ਇਹਦੇ ਵਿੱਚ ਸਿੱਖ सकते हैं, किस तरह ਦੇ ਲੈਵਲ ਨੂੰ ਅਸੀਂ देख सकते हैं प्यारे बच्चों। आओ डियर मैं अगला क्वेश्चन देना हाँ, मेरा क्वेश्चन नंबर 4 होएगा। एक आदमी ईस्ट वाल जाता है, ईस्ट वाल गया, फिर वो राइट टर्न लेंदा है, फिर वो लेफ्ट टर्न लेंदा है, फिर वो राइट टर्न लेंदा है, फिर वो राइट टर्न लेंदा है। इस तो बाद वो केड़ी दिशा वाल हो रहा होएगा। चीज नू समझना प्यारे बच्चों, देखना चीज नू क्लियर करना, समझ आएगा, मजा आएगा इस चीज नू करन। ਅਸੀਂ ਕੀ ਆਖਿਆ, ਜਦੋਂ ਵੀ ਤੁਹਾਨੂੰ ਰਾਈਟ ਲੈਫਟ ਮਿਲੇ ਨਾ ਤਾਂ ਰਾਈਟ ਲੈਫਟ ਨੂੰ ਤੁਸੀਂ ਕੀ ਕਰੋ, ਰਾਈਟ ਲੈਫਟ ਇਕੱਠੇ ਹੋਣ ਤਾਂ ਉਹਨਾਂ ਨੂੰ ਕੱਟ ਦੋ ਬੇਟਾ, ਕ੍ਰਾਸ ਕਰ ਦੋ। ਤਾਂ ਮੇਰੇ ਕੋਲ ਬਚੇ ਕਿ ਦੋ ਰਾਈਟ ਮਿਲ ਗਏ ਬੇਟਾ, ਦੋ ਰਾਈਟ ਮਿਲ ਗਏ। ਈਸਟ ਤੋਂ ਦੋ ਰਾਈਟ ਅਸੀਂ ਮੁੜਨਾ ਹੈ ਬੱਚੋ, ਅੰਡਰਸਟੈਂਡ ਕਰ ਰਹੇ ਹੋ। ਆ ਲਓ ਜੀ, ਚੀਜ਼ ਨੂੰ ਸਮਝਣਾ ਬਹੁਤ ਇੰਪੋਰਟੈਂਟ ਚੀਜ਼ ਹੈ ਪਿਆਰੇ ਬੱਚੋ। ਇਹ ਰਿਹਾ ਸੀ ਮੇਰੇ ਕੋਲ ਨਾਰਥ, ਇਹ ਰਿਹਾ ਸੀ ਪਿਆਰੇ ਬੱਚੋ ਸਾਊਥ, ਇਹ ਰਿਹਾ ਸੀ ਮੇਰੇ ਕੋਲ ਈਸਟ ਔਰ ਇਹ ਰਿਹਾ ਸੀ ਵੈਸਟ। ਈਸਟ ਦਾ ਪਹਿਲਾ ਰਾਈਟ, ਰਾਈਟ ਦਾ ਮਤਲਬ ਕਲੌਕਵਾਈਜ਼, ਤਾਂ ਈਸਟ ਦਾ ਪਹਿਲਾ ਰਾਈਟ ਆ ਗਿਆ ਸਾਊਥ, ਬਟ ਮੈਂ ਤਾਂ ਦੋ ਰਾਈਟ ਮੁੜਨੇ ਨਹੀਂ, ਆ ਪਹਿਲਾ ਰਾਈਟ ਤਾਂ ਮੁੜ ਗਿਆ, ਹੁਣ ਦੂਜਾ ਮੁੜਨਾ ਹੈ। ਹੁਣ ਸਾਊਥ ਤੋਂ ਮੈਂ ਅਗਰ ਇੱਕ ਰਾਈਟ ਲਵਾਂ ਤਾਂ ਕੀ ਆਂਸਰ ਹੋਏਗਾ ਮੇਰਾ, ਤਾਂ ਸਾਊਥ ਤੋਂ ਮੇਰਾ ਆਂਸਰ ਬਣ ਗਿਆ ਪਿਆਰੇ ਬੱਚੋ ਵੈਸਟ ਬੇਟਾ। ਹੋਪ ਸੋ ਤੁਹਾਨੂੰ ਇਹ ਗੱਲ ਸਮਝ ਆਈ, ਕਲੀਅਰ ਹੋਈ ਗੱਲ ਬੇਟਾ। ਅੱਛਾ ਇੱਥੋਂ ਇੱਕ ਸ਼ਾਰਟਕਟ ਬਣ ਗਿਆ। ਸ਼ਾਰਟਕਟ ਕੀ ਬਣ ਗਿਆ, ਜੇਕਰ ਤੁਸੀਂ ਦੋ ਰਾਈਟ ਲੈਣੇ ਨੇ ਜਾਂ ਪਿਆਰੇ ਬੱਚੋ ਦੋ ਲੈਫਟ ਲੈਣੇ ਨੇ, ਜੇਕਰ ਤੁਸੀਂ ਜਾਂ ਤਾਂ ਦੋ ਰਾਈਟ ਇਕੱਠੇ ਲੈਣੇ ਨੇ ਜਾਂ ਦੋ ਲੈਫਟ ਲੈਣੇ ਨੇ, ਤਾਂ ਹਮੇਸ਼ਾ ਆਂਸਰ ਓਪੋजिट ਆਏਗਾ। ਜਿਹੜੀ ਵੀ ਦਿਸ਼ਾ ਦਿੱਤੀ ਜਾਏਗੀ ਉਹਦਾ ਓਪੋजिट ਆਂਸਰ ਆਏਗਾ। ਮੈਂ ਉਮੀਦ ਕਰਦਾ ਮੇਰੀ ਗੱਲ ਤੁਸੀਂ ਸਮਝ ਪਾਏ। ਮੈਂ ਰਿਪੀਟ ਕਰਦਾ, ਜੇਕਰ ਤੁਸੀਂ ਦੋ ਰਾਈਟ ਜਾਂ ਇਕੱਠੇ ਦੋ ਲੈਫਟ ਟਰਨ ਕਰਨੇ ਨੇ ਤਾਂ ਤੁਹਾਡਾ ਆਂਸਰ ਜੋ ਵੀ ਦਿਸ਼ਾ ਦਿੱਤੀ ਗਈ ਉਹਦੇ ਵਿਰੁੱਧ ਆਏਗਾ ਬੱਚੋ। ਸਮਝ ਆ ਰਹੀ ਗੱਲ ਬੇਟਾ। ਆਪਣੇ ਕੋਲ ਦੋ ਰਾਈਟ ਦਿੱਤੇ ਸੀ ਇਕੱਠੇ, ਦਿਸ਼ਾ ਕਿਹੜੀ ਦਿੱਤੀ ਗਈ ਹੈ, ਈਸਟ, ਈਸਟ ਦੇ ਵਿਰੁੱਧ ਕੀ ਹੋਏਗਾ ਪਿਆਰੇ ਬੱਚੋ, ਈਸਟ ਦੇ ਵਿਰੁੱਧ ਵੈਸਟ, ਤਾਂ ਆਂਸਰ ਇਜ਼ ਮਾਈ ਵੈਸਟ ਆ ਜਾਏਗਾ। ਲਓ ਜੀ ਅਸੀਂ ਇੱਕ ਨਵਾਂ ਕਨਸੈਪਟ ਵੀ ਸਿੱਖ ਲਿਆ, ਜੇਕਰ ਦੋ ਰਾਈਟ ਇਕੱਠੇ ਮੁੜਨੇ ਪੈ ਜਾਣ
ਜਾਂ ਫਿਰ ਦੋ ਲੈਫਟ ਇਕੱਠੇ ਮੁੜਨੇ ਪੈ ਜਾਣ, ਜੋ ਵੀ ਦਿਸ਼ਾ ਦਿੱਤੀ ਗਈ ਹੈ ਉਹਦੇ ਵਿਰੁੱਧ ਆਂਸਰ ਆਏਗਾ, ਉਹਦਾ ਆਪੋजिट ਹੀ ਆਂਸਰ ਹੋਏਗਾ ਉਸ ਦਿਸ਼ਾ ਦਾ। बेटा मैं एक क्वेश्चन और करवाना इसी तरह का, और ताकि तुहानू ये कंसैप्ट समझ आ जाए बेटा, और तुसी क्लीयर कर पाओ इसनू बेटर तरीके दे नाल। बच्चों प्यारे बच्चों, एक आदमी है वो नॉर्थ ईस्ट वाल जा रहा है। जिमें ही नॉर्थ ईस्ट गया तो उसने पहला 2 बारी खब्बे मुड़िया, फिर सज्जे मुड़िया, फिर खब्बे मुड़िया प्यारे बच्चों, और फिर खब्बे मुड़िया और फिर सज्जे मुड़िया। बेटा कुछ इस तरह आया, दसो जी ਉਹਦਾ फेस ਕਿਹੜੀ दिशा वाल होएगा। देखो मैं जिन्नी लंबी स्टेटमेंट सी वो सारी कट के मेन जो कंक्लूजन सी ना कि जिथे क्वेश्चन टिकया होया है मैं ਉਹੀ लिख रहा ਤੁਹਾਡੇ सामने कि ਇੰਨੀ ਵੱਡੀ स्टेटमेंट मेरे किसी काम ਦੀ नहीं है। बस मेरा मुद्दा ਇਹ है जिन्ने भी लैफ्ट राइट टर्न ਦਿੱਤੇ ਹੋਣਗੇ ਉਸ ਨੂੰ ਨੋਟ ਕਰੋ, और जे साडे तो पूछा गया वो किहड़ी दिशा वाल जा रहा, तो बड़ी आसानी नाल असीं उस चीज़ नूं लभ सकते हां। तो पहला काम अपना जिन्ने राइट लैफ्ट मिलन कट्टो, आ राइट इहदे नाल गया लैफ्ट नाल, ए राइट इहदे नाल गया, तो मेरे कोल की बचे प्यारे बच्चों, 2 लैफ्ट बचे। 2 लैफ्ट का मतलब की हुंदा है ओपोजिट, है ना। 2 लैफ्ट का मतलब की हुंदा है प्यारे बच्चों, विरुद्ध किसी चीज़ का। किहदा विरुद्ध बेटे? नॉर्थ ईस्ट का। तुहानूं पता है लैफ्ट का मतलब की हुंदा है? लैफ्ट का मतलब एंटी क्लॉकवाइज, आ चीज बन गई एंटी क्लॉकवाइज। बेटा एंटी क्लॉकवाइज केड़ी दिशा होएगी? आ लो मैप रख लो, तुहानू चीज समझ आ जानी चाहिए। आ रहा डियर नॉर्थ ईस्ट, नॉर्थ ईस्ट एरिया, एदा विरुद्ध की होएगा प्यारे बच्चों? आ रहा है, एदा विरुद्ध की होएगा प्यारे बच्चों? ए मेरे को आंसर आएगा। आ रहा साउथ, आ रहा वेस्ट, आंसर की आ गया प्यारे बच्चों? आंसर आ गया जी साउथ वेस्ट। बेटा विरुद्ध दसना है अपने, तो नॉर्थ ईस्ट का विरुद्ध बेटे आ वाली चीज बैठी हुई। उम्मीद करदा थानू एक क्वेश्चन समझ आया होएगा। मैं बेटे एक अगला क्वेश्चन करवावांगा, फिर आप इस चैप्टर नू अंत करांगे, और उहदे विच मैं नवा कंसैप्ट तुहानू सिखाण जा रहा कि अगर इस तरह का क्वेश्चन आवे तो अगे तुसी उस क्वेश्चन नू किवें टैकल कर सकते हो। बच्चे देखो डियर, हुण मेरे कोल क्वेश्चन आया कुछ इस तरह दे नाल, एक पर्सन जो है वो नॉर्थ वाल चल रहा है, नॉर्थ वाल मूव हो रहा है। एक पर्सन जो है वो नॉर्थ वाल मूव हो रहा है, तो उसने पहला राइट टर्न लिया, फिर दूजा राइट टर्न लिया, फिर 2 और राइट टर्न ले ले। दसो जी वो केड़ी दिशा वाल जा रहा हो। मेरी ये उम्मीद है मेरी गल नूं तुसीं समझ पा रहे होवोगे। जेकर देखा जाए तो असीं सिक्ख्या है जेकर 2 राइट टर्न आ जाण तां ओपोजिट दिशा बन जाती है ना। देखा जाए तो 2 राइट टर्न आ जाण जां 2 लैफ्ट आ जाण तां दिशा ओपोजिट बन जाती है। प्यारे बच्चों जेकर 2 राइट की गल करा, ए वाले 2 राइट के नाल नॉर्थ का ओपोजिट की बन गया प्यारे बच्चों? साउथ बन गया। होप सो समझ आई गल बेटा। फिर अगे उसने 2 राइट और टर्न ले ले, जिमें ही 2 राइट टर्न लाए तो फिर ये ओपोजिट बनना है बेटा। अगर ये फिर ओपोजिट बनना है तो देखो हुण साउथ से खड़ा है, साउथ का ओपोजिट की होएगा प्यारे बच्चों? साउथ का ओपोजिट होएगा नॉर्थ। तो मेरा आंसर की आ गया? आंसर आ गया बच्चों नॉर्थ। आई थिंक इत्थों सानू एक चीज होर समझ आई कि जेकर सानू 4 लैफ्ट लैने पै जाण जां फिर प्यारे बच्चों 4 राइट लैने पै जाण, 4 लैफ्ट लैने पै जाण जां फिर 4 राइट लैने पै जाण, ਤਾਂ ਸਾਡਾ ਆਨਸਰ ਸੇਮ ਡਾਇਰੈਕਸ਼ਨ ਹੀ ਹੋਵੇਗਾ। ਅਸੀਂ ਉਸੇ ਡਾਇਰੈਕਸ਼ਨ ਤੇ ਆ ਜਾਾਂਗੇ ਜਿਹੜੀ ਡਾਇਰੈਕਸ਼ਨ ਤੋਂ ਅਸੀਂ ਚੱਲ ਰਹੇ ਸੀ। ਉਮੀਦ ਕਰਨਾ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ ਬੇਟੇ। ਹੋਪ ਸੋ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰ ਪਾਇਆ ਹੋਵੇਗਾ। ਤਾਂ ਪਿਆਰੇ ਬੱਚੋ ਲੈਕਚਰ ਕਾਫੀ ਲੈਂਥੀ ਹੋ ਚੱਲਿਆ ਹੈ, ਤਾਂ ਇਹਦਾ ਮੈਂ ਸੈਕਿੰਡ ਪਾਰਟ ਬਹੁਤ ਜਲਦੀ ਲੈ ਕੇ ਆਵਾਂਗਾ ਤੁਹਾਡੇ ਕੋਲ, और तुसी इस तरह के कंसैप्ट नूं समझो, अंडरस्टैंडिंग करियो प्यारे बच्चों, ठीक है। और बहुत जल्दी असी जो है तुहानू इहदे जो नोट्स ने बेटा वो भी मैं इसे ऐप ते ग्रेस अकैडमी की ऐप ते तुहानू प्रोवाइड करवा दांगा प्यारे बच्चों। तुसी आके इस तो बेटा ही नोट्स वगैरह कैरी कर सकते हो इसी जगह तो प्यारे बच्चों, ठीक है बेटा। और लास्ट विच मैं यही कहना चाहांगा तुसी किसी तरह की टेंशन ना लो। बच्चे बहुत ज़्यादा फोन करते हैं सर सिलेबस पेंडिंग रह जाएगा, सर ये चीज़ समझ नहीं आएगी। प्यारे बच्चों तुसी आराम नाल मजे नाल चीज़ों को सीखो, किते भज दौड़ करने की लोड़ नहीं। तुहानू हर चीज़ असी टाइम टू टाइम करवावांगे, किसी तरह की टेंशन ना लो प्यारे बच्चों।
और मैं उम्मीद करांगा जो ਤੁਹਾਨੂੰ ਕਰਵਾਇਆ ਉਹ ਸਮਝ ਆਇਆ ਔਰ ਕਮੈਂਟ ਸੈਕਸ਼ਨ 'ਚ ਮੈਨੂੰ ਜ਼ਰੂਰ ਰਿਪਲਾਈ ਕਰਿਓ ਤੁਹਾਨੂੰ ਚੀਜ਼ ਸਮਝ ਆਈ ਜਾਂ ਨਹੀਂ ਆਈ ਔਰ ਕੀ ਇੰਪਰੂਵਮੈਂਟ ਕਰ ਸਕਦੇ ਹਾਂ ਉਹ ਵੀ ਪਲੀਜ਼ ਦੱਸਣਾ ਪਿਆਰੇ ਬੱਚੋ ਔਰ ਇਹਦੇ ਰਿਗਾਰਡਿੰਗ ਜੋ ਵੀ ਤੁਸੀਂ ਮਟੀਰੀਅਲ ਹੈ ਉਹ ਇਸ ਐਪ ਤੋਂ ਗ੍ਰੇਸ ਅਕੈਡਮੀ ਦੀ ਐਪ ਤੋਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਬੇਟੇ ਇਹ ਐਪ ਅਵੇਲੇਬਲ ਹੈ ਔਰ ਪਿਆਰੇ ਬੱਚੋ ਜਿੰਨੇ ਵੀ ਅਸੀਂ ਰੀਜ਼ਨਿੰਗ ਦੇ ਜਾਂ ਫਿਰ ਮੈਥ ਦੇ ਬੇਟੇ ਜੋ ਤੁਹਾਨੂੰ YouTube ਤੇ ਲੈਕਚਰ ਪ੍ਰੋਵਾਈਡ ਕਰਵਾ ਰਹੇ ਹਾਂ ਪਰ ਉਹਦੇ ਡਾਊਟ ਸੈਸ਼ਨ ਦੀਆਂ ਜੋ ਕਲਾਸਿਸ ਨੇ ਪਿਆਰੇ ਬੱਚੋ ਉਹ ਅਸੀਂ ਇਸੇ ਐਪ ਤੇ ਲਾਈਵ ਡਾਊਟ ਸੈਸ਼ਨ ਲਵਾਂਗੇ ਬੇਟੇ ਲਾਈਵ ਡਾਊਟ ਸੈਸ਼ਨ ਮੈਂ ਆਲਰੇਡੀ ਰੀਜ਼ਨਿੰਗ ਦੇ 2 ਡਾਊਟ ਸੈਸ਼ਨ ਲੈ ਚੁੱਕਿਆ ਅਗਲੀਆਂ ਕਲਾਸਿਸ ਵੀ ਅਸੀਂ ਨਾਲ ਦੀ ਨਾਲ ਕੈਰੀ ਕਰਾਂਗੇ ਤਾਂ ਪਿਆਰੇ ਬੱਚੋ ਤੁਸੀਂ ਇਸ ਐਪ ਨੂੰ ਡਾਊਨਲੋਡ ਕਰੋ ਔਰ ਮਟੀਰੀਅਲ ਪ੍ਰਾਪਤ ਕਰ ਲਓ ਬੇਟਾ ਜੀ ਥੈਂਕ ਯੂ ਰਾਜੇ ਤੁਸੀਂ ਇੰਨਾ ਸਮਾਂ ਦਿੱਤਾ ਸਾਨੂੰ ਸੁਣਿਆ ਥੈਂਕ ਯੂ ਫॉर दैट ਰਾਜੇ